ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਪਰਿਵਾਰ ਦੇ ਮੈਂਬਰ ਅੱਜ ਪ੍ਰਸ਼ਾਦਾ ਛਕ ਰਹੇ ਜੀ। ਹਮੇਸ਼ਾ ਦੀ ਤਰ੍ਹਾਂ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਸਦਕਾ ਅਰਦਾਸ ਕਰਿਓ ਵਾਹਿਗੁਰੂ ਜੀ ਅੱਗੇ। ਸਾਡੇ ਪਰਿਵਾਰ ਦੇ ਮੈਂਬਰ ਸੁਖਪਾਲ ਸਿੰਘ ਦਾ ਅੱਜ ਜਨਮ ਦਿਨ ਹੈ ਜੀ। ਇਹ ਵੀਰ ਸਾਡੇ ਨਾਲ 2 ਸਾਲਾਂ ਤੋਂ ਪਿਛਲਿਆਂ ਤੋਂ ਸੇਵਾ ਕਰਾ ਰਿਹਾ। ਸਾਡਾ ਯਾਨੀ ਕਿ ਪੁੱਤਾਂ ਵਰਗਾ ਵੀ ਆ ਤੇ ਸਾਡਾ ਛੋਟਾ ਭਰਾ ਵੀ ਆ। ਪੂਰੀ ਤਨਦੇਹੀ ਨਾਲ ਇਹ ਸੇਵਾ ਨਿਭਾਉਂਦਾ ਨੌਜਵਾਨ ਵੀਰ ਸਾਡਾ। ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ। ਅਰਦਾਸ ਕਰਿਓ। ਅੱਜ ਸੁਖਪਾਲ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਅੱਜ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਅੱਜ ਲੰਗਰ ਚੱਲ ਰਿਹਾ ਜੀ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਛਕ ਰਹੇ ਨੇ ਪ੍ਰਸ਼ਾਦਾ। ਨਾਲ ਮੱਖਣ ਦੀ ਵੀ ਸੇਵਾ ਕਰਾਈ ਗਈ ਆ। ਤੇ ਅੱਜ ਸਾਡੇ ਪਰਿਵਾਰ ਦੇ ਮੈਂਬਰ ਜਿਵੇਂ ਬਾਪੂ ਗੁਰਮੇਲ ਸਿੰਘ ਜੀ ਗੇਲਾ ਦੇਖ ਤਾਂ ਨਹੀਂ ਸਕਦੇ, ਅੱਖਾਂ ਦੀ ਰੋਸ਼ਨੀ ਨਹੀਂ ਹੈਗੀ, ਪਰ ਮਨ ਦੀ ਰੋਸ਼ਨੀ ਆ ਜਿਹੜੀ ਇਹਨਾਂ ਦੀ ਉਹ ਬਹੁਤ ਆ ਜੀ ਜ਼ਿੰਦਗੀ ਜਿਉਣ ਲਈ। ਤੇ ਬਸ ਅਰਦਾਸ ਕਰਿਓ ਸਾਡੇ ਪਰਿਵਾਰ ਦੇ ਮੈਂਬਰਾਂ ਵਾਸਤੇ, ਇਹਨਾਂ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ। ਵਾਹਿਗੁਰੂ ਇਸੇ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਬਲ ਬੁੱਧੀ ਬਖਸ਼ਣ, ਸੇਵਾ ਕਰਨ ਦੀ ਸਮੱਤ ਬਖਸ਼ਣ। ਨਾਲ ਦੀ ਨਾਲ ਜਿਹੜੀ ਕੇਕ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਕੇਕ ਵੰਡਿਆ ਜਾ ਰਿਹਾ। ਇਹ ਫਰੂਟ ਕੇਕ ਸਪੈਸ਼ਲੀ ਬਣਵਾਇਆ ਸੀਗਾ ਗੇਜਾ ਬਾਬਾ ਜੀ ਬਲਾਈਂਡ ਨੇ, ਦੇਖ ਨਹੀਂ ਸਕਦੇ। ਇਹਨਾਂ ਨੂੰ ਪ੍ਰਸ਼ਾਦਾ ਜਿਹੜਾ ਛਕਾ ਰਹੇ ਨੇ ਸਾਡੇ ਵਲੰਟੀਅਰ। ਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਸੇਵਾ ਕਰਨ ਦਾ ਬਲ ਬਖਸ਼ਣ। ਇੱਧਰ ਲੁੱਗੀ ਬਾਬਾ ਜੀ ਨੇ, ਇਹ ਵੀ ਦੇਖ ਨਹੀਂ ਸਕਦੇ ਕਿ ਬਲਾਈਂਡ ਨੇ, ਪਰ ਇਹ ਆਪਣਾ ਪ੍ਰਸ਼ਾਦਾ ਵਾ ਜਿਹੜਾ ਉਹ ਆਪ ਛਕ ਲੈਂਦੇ ਨੇ। ਇੱਦਾਂ ਹੀ ਬਾਪੂ ਲਾਈਟਾਂ ਜਗਾਇਓ ਅੰਦਰਲੀਆਂ ਚੱਜ ਨਾਲ। ਬਾਪੂ ਗੁਜਰਾਜ ਸਿੰਘ ਜੀ, ਇਹਨਾਂ ਨੂੰ ਵੀ ਪ੍ਰਸ਼ਾਦਾ ਜਿਹੜਾ ਹੈਗਾ ਛਕਾਉਣਾ ਪੈਂਦਾ। ਜਿਹੜਾ ਵੀਰ ਪ੍ਰਸ਼ਾਦਾ ਛਕਾ ਰਿਹਾ ਇਹ ਖੁਦ ਆਪ ਕਿਸੇ ਟਾਈਮ ਡਿਸੇਬਲਡ ਸੀਗਾ ਤੇ ਅੱਜ ਇਹ ਛੋਟਾ ਭਰਾ ਸਾਡਾ ਸੇਵਾ ਕਰਵਾ ਰਿਹਾ ਸਾਡੇ ਨਾਲ। ਇੱਦਾਂ ਹੀ ਬਾਪੂ ਗੁਰਦੇਵ ਸਿੰਘ ਜੀ, ਇਹਨਾਂ ਨੂੰ ਵੀ ਪ੍ਰਸ਼ਾਦੇ ਦੀ ਸੇਵਾ ਹਿੱਤੂ ਵੀਰ ਦੀ ਡਿਊਟੀ ਲੱਗੀ ਹੋਈ ਹੈ ਹਤੇਸ਼ ਦੀ, ਇਹ ਛਕਾਉਂਦੇ ਨੇ। ਤੇ ਇਸੇ ਤਰ੍ਹਾਂ ਹੀ ਸਾਡੇ ਵਲੰਟੀਅਰ ਸਾਰੇ ਅੱਜ ਡਿਊਟੀਆਂ ਤੇ ਲੱਗੇ ਹੋਏ ਨੇ। ਅੱਜ ਮੱਕੀ ਦੀਆਂ ਰੋਟੀਆਂ ਬਣਾਈਆਂ ਸੀਗੀਆਂ ਸੁਖਪਾਲ ਦੇ ਫੁੱਫੜ ਜੀ ਉਹਨਾਂ ਨੇ, ਭੂਆ ਉਹਨਾਂ ਨੇ ਇੱਥੋਂ ਹਸਨਪੁਰ ਤੋਂ ਬਣਾ ਕੇ ਭੇਜੀਆਂ। ਸਾਰੀਆਂ ਸਾਡੇ ਪਿੰਡ ਦੀਆਂ ਮਾਵਾਂ ਭੈਣਾਂ ਨੇ ਰਲ ਕੇ ਸਾਡੇ ਨਾਲ ਅੱਜ ਪ੍ਰਸ਼ਾਦੇ ਦੀ ਸੇਵਾ ਕੀਤੀ। ਇਹਦਾ ਸਾਡੇ ਛੋਟੇ ਭਰਾ ਦਾ ਅੱਜ ਜਨਮ ਦਿਨ ਆ। ਯਾਨੀ ਕਿ ਪੂਰੀ ਤਨਦੇਹੀ ਨਾਲ ਇਹ ਵੀਰ ਸੇਵਾ ਨਿਭਾਉਂਦਾ। ਹਰ ਜ਼ਿੰਮੇਵਾਰੀ, ਚਾਹੇ ਉਹ ਪ੍ਰਸ਼ਾਦਾ ਛਕਾਉਣਾ, ਬੰਦਿਆਂ ਨੂੰ ਇਸ਼ਨਾਨ ਕਰਾਉਣਾ, ਦਵਾਈਆਂ ਦੇਣੀਆਂ, ਹਰ ਤਰ੍ਹਾਂ ਦੀ ਜ਼ਿੰਮੇਵਾਰੀ ਦੇ ਵਿੱਚ ਸਾਡਾ ਛੋਟਾ ਭਰਾ ਸੇਵਾ ਦੇ ਵਿੱਚ ਲੱਗਿਆ ਰਹਿੰਦਾ। ਹਰ ਟਾਈਮ ਦਿਨ ਨਾ ਰਾਤ ਦੇਖਦੇ ਨੇ। ਇੱਦਾਂ ਦੇ ਜਿਹੜੇ ਭਰਾ ਸਾਡੇ ਜੁੜੇ ਨਾ ਸਾਡੇ ਨਾਲ, ਉਹਦੇ ਸਦਕਾ ਹੀ ਅਸੀਂ ਇਹ ਸੇਵਾ ਜਿਹੜੀ ਕਰ ਪਾਉਂਦੇ ਹਾਂ। ਬਾਪੂ ਪਾਲਾ ਸਿੰਘ ਜੀ ਪ੍ਰਸ਼ਾਦਾ ਛਕ ਰਹੇ ਨੇ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਠੀਕ ਹੋ? ਬਾਪੂ ਗੁਰਮੇਲ ਸਿੰਘ ਜੀ ਪ੍ਰਸ਼ਾਦਾ ਛਕ ਕੇ ਹਟੇ ਨੇ। ਇੱਧਰ ਜੋਰੇ ਨੂੰ ਪ੍ਰਸ਼ਾਦਾ ਛਕਾ ਰਹੇ ਨੇ ਸ਼ਿੰਗਾਰਾ ਸਿੰਘ ਜੀ। ਇਹ ਵੀਰ ਮੈਂਟਲੀ ਡਿਸੇਬਲਡ ਆ, ਇਹਨੂੰ ਵੀ ਛਕਾਉਣਾ ਪੈਂਦਾ ਪ੍ਰਸ਼ਾਦਾ। ਇੱਧਰ ਬਾਪੂ ਜੀ ਦੇਖ ਨਹੀਂ ਸਕਦੇ, ਕੁਲਵੀਰ ਸਿੰਘ ਕਾਕਾ ਬਾਬਾ ਜੀ, ਇਹਨਾਂ ਨੂੰ ਵੀ ਪ੍ਰਸ਼ਾਦਾ ਮਨੀਸ਼ ਛਕਾ ਰਿਹਾ। ਅੱਜ ਸਿਆਲਾਂ ਦਾ ਪਹਿਲਾ ਸਾਗ ਆ ਜਿਹੜਾ ਸਾਡੇ ਪਰਿਵਾਰ ਵੱਲੋਂ ਬਣਾਇਆ ਗਿਆ। ਸਵੇਰੇ ਸਾਗ ਲਿਆਂਦਾ ਸੀ ਮੰਡੀਓਂ। ਮੰਮੀ ਹੁਣੀ ਮੇਰੇ, ਸਾਡੇ ਮਾਤਾ ਜੀ ਹੁਣੀ ਆ ਕੇ ਨਾਲ ਲੱਗ ਕੇ ਉਹਨਾਂ ਨੇ ਸਾਗ ਪਹਿਲਾਂ ਤਾਂ ਕਟਵਾਇਆ, ਬਣਾ ਕੇ ਆਲਣ ਪਾ ਕੇ ਐਨ ਤਸੱਲੀ ਬਖਸ਼ ਤਰੀਕੇ ਨਾਲ ਬਣਾਇਆ, ਜਿਵੇਂ ਆਪਣੇ ਘਰੇ ਬਣਦਾ ਸਾਗ ਉਸੇ ਤਰ੍ਹਾਂ ਨਹੀਂ ਸਾਗ ਬਣਾਇਆ ਗਿਆ। ਤੇ ਅੱਜ ਬਾਪੂ ਕੁਲਵੀਰ ਸਿੰਘ ਕਾਕਾ ਜੀ ਹੁਣੀ ਸਾਡੇ ਛਕ ਰਹੇ ਨੇ ਪ੍ਰਸ਼ਾਦ ਲੰਗਰ ਦੇ ਰੂਪ 'ਚ। ਬਾਪੂ ਕੁਲਵੀਰ ਸਿੰਘ ਕਾਕਾ ਜੀ ਨੂੰ ਖੰਨੇ ਸ਼ਹਿਰ ਤੋਂ ਲੈ ਕੇ ਆਏ ਸੀ, ਜਿਵੇਂ ਤੁਹਾਨੂੰ ਪਤਾ ਜੇਠੀ ਨਗਰ ਤੋਂ। ਬਾਪੂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਸੀ
ਪਿਛਲੇ ਕਾਫੀ ਲੰਬੇ ਸਮੇਂ ਤੋਂ ਸੜਕਾਂ ਦੇ ਉੱਪਰ ਜ਼ਿੰਦਗੀ ਕੱਟਣ ਲਈ ਮਜਬੂਰ ਸੀ। ਭਰਾ ਤਾਂ ਸੀਗੇ, ਕੋਠੀਆਂ ਕਾਰਾਂ ਵੀ ਸੀਗੀਆਂ, ਪਰ ਬਾਪੂ ਲਈ ਕੋਈ ਸੁੱਖ ਸੁਵਿਧਾ ਨਹੀਂ ਸੀਗੀ। ਪਰ ਵਾਹਿਗੁਰੂ ਜੀ ਨੇ, ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਾਈ। ਤੇ ਇੱਦਾਂ ਹੀ ਸਾਡੇ ਬਾਪੂ ਤਰਸੇਮ ਲਾਲ ਕੰਦੋਲਿਆਂ ਤੋਂ ਪ੍ਰਸ਼ਾਦਾ ਛਕ ਰਹੇ ਨੇ। ਗੁਰਪ੍ਰੀਤ ਬੈਠਾ ਕੋਲੇ, ਵੀਰ ਸਾਡਾ ਛਕਾ ਰਿਹਾ ਪ੍ਰਸ਼ਾਦਾ। ਇਹ ਵੀਰ ਖੁਦ ਆਪ ਕਿਸੇ ਟਾਈਮ ਅੱਖਾਂ ਤੋਂ ਬਲਾਈਂਡ ਸੀਗਾ ਗੁਰਪ੍ਰੀਤ, ਹੁਣ ਵਾਹਿਗੁਰੂ ਦੀ ਕਿਰਪਾ ਨਾਲ ਵੀਰ ਠੀਕ ਆ ਤੇ ਸਾਡੇ ਨਾਲ ਸੇਵਾ ਕਰਾ ਰਿਹਾ। ਤੇ ਬਾਪੂ ਗਿੰਦਰ ਮੋਹਨ ਜੀ, ਗਿੰਦਰ ਮੋਹਨ ਬਾਪੂ ਸਤਿ ਸ਼੍ਰੀ ਅਕਾਲ। ਹੋਰ ਬਾਪੂ ਜੀ ਠੀਕ ਹੋ? ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀ, ਇਹ ਵੀ ਇਹਨਾਂ ਦਾ ਆਪਰੇਸ਼ਨ ਹੋਇਆ, ਅੱਖਾਂ ਦੀ ਰੋਸ਼ਨੀ ਆ ਗਈ, ਮਹਾਰਾਜ ਦੀ ਕਿਰਪਾ ਤੁਹਾਡੀਆਂ ਦੁਆਵਾਂ ਦੇ ਨਾਲ। ਤੇ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਬਿਸਤਰੇ ਮੰਜੇ ਲੱਗੀ ਜਾਂਦੇ ਆ। ਤੇ ਇੱਧਰ ਐਂਟਰੀਆਂ ਪਾ ਰਹੇ ਨੇ ਡਾਕਟਰ ਸਾਹਿਬ, ਕਿੰਨਾ ਨੇ ਪ੍ਰਸ਼ਾਦਾ ਕਿੰਨਾ ਛਕਿਆ। ਕੀਮਤੀ ਤੂੰ ਕਿਹਨੂੰ ਛਕਾਇਆ ਪ੍ਰਸ਼ਾਦਾ ਪੁੱਤ? ਨਿੱਕੂ ਨੂੰ ਕਿੰਨੀ ਰੋਟੀ ਖਾਧੀ? 2 ਰੋਟੀਆਂ ਤੇ ਇੱਕ ਸਾਗ ਹੈ। ਓਕੇ, ਕੇਕ ਵੀ ਖਾਧਾ ਸੀ ਉਹਨੇ? ਕਿੱਥੇ ਲਿਖਾਤਾ ਫਿਰ ਤੂੰ ਅੱਜ ਕਿਸੇ ਨਿੱਕੂ ਨੂੰ ਖਵਾਇਆ, ਇਕੱਲੇ ਨੂੰ, ਹੋਰ ਵੀ ਕਿਹਨੂੰ ਖਵਾਇਆ? ਪਾਲੀ ਬਾਬੇ ਨੂੰ ਵੀ। ਉਹਨੇ ਕਿੰਨੀ ਰੋਟੀ ਖਾਧੀ? 2 ਰੋਟੀਆਂ ਤੇ 2 ਸਬਜ਼ੀਆਂ, 2 ਕੜਛੀਆਂ ਕੌਲੀਆਂ ਯਾਨੀ ਕਿ ਸਾਗ ਦੀਆਂ, 2 ਪ੍ਰਸ਼ਾਦੇ, 2 ਸਬਜ਼ੀਆਂ। ਠੀਕ ਆ ਜੀ। ਸਾਡੇ ਵਲੰਟੀਅਰ ਆ, ਛੋਟੇ ਛੋਟੇ ਬੱਚੇ, ਯਾਨੀ ਕਿ ਬੱਚਿਆਂ ਨੂੰ ਡਿਊਟੀ ਦਿੱਤੀ ਹੋਈ ਆ ਜਿਵੇਂ ਪ੍ਰਸ਼ਾਦਾ ਛਕਾਉਣਾ। ਕਈ ਜਿਹੜੇ ਠੀਕ ਨਹੀਂ ਹੈਗੇ ਦਿਮਾਗੀ ਤੌਰ ਤੇ, ਫਿਰ ਇਹ ਉਹਨਾਂ ਦੇ ਕੋਲੇ ਬੈਠ ਜਾਂਦੇ ਨੇ ਤੇ ਨੋਟ ਕਰਦੇ, ਰੋਟੀ ਚੂਰ ਕੇ ਦੇ ਦਿੰਦੇ ਨੇ ਤੇ ਫਿਰ ਉਹ ਗਿਣਤੀ ਰੱਖਦੇ ਨੇ। ਇੱਦਾਂ ਹੀ ਜੰਟਾ ਸਾਡਾ ਪ੍ਰਸ਼ਾਦਾ ਛਕਾ ਰਿਹਾ ਰਕੇਸ਼ ਨੂੰ। ਇਹ ਵੀਰ ਵੀ 100% ਮੈਂਟਲੀ ਅਪਸੈਟ ਆ, ਬਹੁਤ ਮਾੜੇ ਹਾਲਾਤਾਂ 'ਚ ਸਾਨੂੰ ਇਹ ਵੀਰ ਮਿਲਿਆ ਸੀਗਾ। ਇਹ ਨੌਜਵਾਨ ਵੀਰ ਦੀ ਉਮਰ ਕੋਈ 40-45 ਸਾਲ ਦੀ ਆ, ਪਰ ਇਹਦਾ ਪਤਾ ਹੀ ਨਹੀਂ ਲੱਗਿਆ ਕੌਣ ਆ। ਹਿੰਦੀ ਬੋਲਦਾ, ਪੰਜਾਬੀ ਵੀ ਬੋਲਦਾ, ਇੰਗਲਿਸ਼ ਵੀ, ਤੇ ਪੜ੍ਹਿਆ ਲਿਖਿਆ, ਪਰ ਦਿਮਾਗੀ ਯਾਨੀ ਕਿ 100% ਡਿਸੇਬਲਡ ਆ। ਕੋਈ ਸੁੱਧ ਬੁੱਧ ਨਹੀਂ, ਕੋਈ ਨਾਮ ਪਤਾ ਨਹੀਂ ਪਤਾ। ਤੇ ਬਾਪੂ ਭਗਤ ਸਿੰਘ ਸਾਡਾ ਭਗਤਾ ਬਾਪੂ ਛਿੰਦਰਪਾਲ ਵੀਰ ਉਹਨਾਂ ਦੇ ਕੋਲੋਂ ਲੈ ਕੇ ਆਏ ਸੀ ਅਸੀਂ ਇਹਨੂੰ, ਦਾਖੇ ਪਿੰਡ ਤੋਂ ਛੁਡਾ ਕੇ ਗੁਲਾਮ ਬਣਾ ਕੇ ਰੱਖਿਆ ਸੀ ਬਾਪੂ ਭਗਤਾ। ਨਿਤਨ ਵਧਵਾ ਵੀਰ ਦੇ ਕੀੜੇ ਪਏ ਸੀ ਪੈਰ 'ਚ ਕਿਸੇ ਟਾਈਮ, ਅੱਜ ਵੀ ਠੀਕ ਆ। ਬਾਪੂ ਸਰਲ ਸਿੰਘ ਕਾਲੇ ਕੇ ਪਿੰਡ ਤੋਂ ਲੈ ਕੇ ਆਏ ਸੀ ਬਾਪੂ ਨੂੰ, ਅੰਮ੍ਰਿਤਸਰ ਤੋਂ। ਬਾਪੂ 7-8 ਸਾਲਾਂ ਤੋਂ ਇੱਕ ਦਰਖਤ ਦੇ ਥੱਲੇ ਹੀ ਸੌਂਦਾ ਸੀ, ਮੀਂਹ ਆ ਜਾਂਦਾ ਤਰਪਾਲ ਲੈ ਲੈਂਦਾ ਸੀ ਉੱਤੇ ਤੇ ਮੰਜੇ ਦੇ ਉੱਤੇ, ਬਸ ਉੱਥੇ ਪਿਆ ਸੀ। ਤੇ ਇੱਦਾਂ ਹੀ ਸਾਡਾ ਸਿੰਘ ਜਗਰਾਜ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਾਪੂ ਕੇਸਰ ਸਿੰਘ ਢਾਲੀਵਾਲ ਸਾਹਿਬ ਸਾਡੇ ਸਰਦੀਆਂ ਦਾ ਪਹਿਲਾ ਸਾਗ ਦਾ ਆਨੰਦ ਲੈ ਰਹੇ ਨੇ। ਤੇ ਹੁਣ ਪ੍ਰਸ਼ਾਦਾ ਜਿਹੜਾ ਉਹ ਜਿਹੜੇ ਵੀਰ ਛਕ ਚੁੱਕੇ ਨੇ ਉਹ ਸਾਈਡ ਤੇ ਲੱਗ ਗਏ ਨੇ, ਤੇ ਜਿਹੜੇ ਸਾਡੇ ਵਲੰਟੀਅਰ ਵੀਰ ਨੇ ਉਹ ਹੁਣ ਪ੍ਰਸ਼ਾਦਾ ਛਕਣ ਲੱਗੇ ਨੇ, ਕਿਉਂਕਿ ਇਹਨਾਂ ਨੇ ਪਹਿਲਾਂ ਪ੍ਰਸ਼ਾਦਾ ਵਰਤਾਇਆ ਸਾਰਿਆਂ ਨੂੰ ਤੇ ਹੁਣ ਖੁਦ ਛਕਣ ਲੱਗੇ ਨੇ। ਜਮਾਤੂ ਸਾਡਾ ਪ੍ਰਸ਼ਾਦਾ ਛਕੀ ਜਾਂਦਾ। ਜਮਾਤੂ, ਇਹ ਜਨਤਾ ਆ ਸਾਗ ਦਿਓ ਜੱਸੀ ਨੂੰ। ਜਨਤਾ ਥਾਲੀ ਰੱਖਿਓ ਬਸ। ਜੱਸੀ ਵੀਰ ਦੇ ਥਾਲੀ 'ਚ ਸਾਗ ਪਾਇਆ ਜਾ ਰਿਹਾ। ਟੋਨੀ ਸਿੰਘ, ਟੋਨੀ ਕਿਵੇਂ ਵੀਰੇ? ਠੀਕ ਆ ਬਾਬੇ, ਇੱਧਰ ਖੜ। ਇਹ ਟੋਨੀ ਬਾਈ ਸਾਡਾ ਕੋਟਕਪੂਰੇ ਤੋਂ ਲੈ ਕੇ ਆਏ ਸੀ ਜੀ ਅਸੀਂ ਇਹਨੂੰ, ਵੀਰ ਨੂੰ, ਹੈ ਟੋਨੀ? ਕੋਟਕਪੂਰੇ ਕੋਲ ਪਿੰਡ ਕਿਹੜਾ ਟੋਨੀ ਵੀਰੇ ਤੇਰਾ? ਪਿੰਡ ਵੀ ਕੋਟਕਪੂਰਾ ਹੀ ਆ, ਸ਼ਹਿਰ 'ਚ ਹੀ ਘਰ ਆ ਤੇਰਾ? ਹੈ ਠੀਕ ਆ ਬਾਈ, ਠੀਕ ਆ। ਇਹ ਟੋਨੀ ਵੀਰ ਸਾਡਾ, ਕਰ ਲਾ ਵੀਰੇ ਸੇਵਾ, ਕਰ ਲਾ। ਸਾਨੂੰ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਮਿਲਿਆ ਸੀਗਾ, ਤੁਹਾਨੂੰ ਦਿਖਾਉਂਦੇ ਆ। ਉਸ ਟਾਈਮ ਟੋਨੀ ਦੀਆਂ ਜਿਹੜੀਆਂ ਹਾਲਾਤ ਸੀਗੇ ਇੱਦਾਂ ਦੇ ਸੀਗੇ, ਯਾਨੀ ਕਿ 6 ਸਾਲਾਂ ਤੋਂ ਇੱਕ ਝੁੱਗੀ ਦੇ ਵਿੱਚ ਕੂੜੇ ਦੇ ਢੇਰ ਦੇ ਉੱਤੇ ਪਿਆ ਸੀਗਾ। ਗੰਦੇ ਕੱਪੜੇ ਪਾਏ ਸੀ ਟੋਨੀ ਦੇ, ਤੇ ਬਸ ਉਹ ਕੂੜੇ ਦੇ ਵਿੱਚ ਹੀ ਇੱਕ ਝੁੱਗੀ ਜੀ ਬਣਾ ਕੇ ਰਹਿ ਰਿਹਾ ਸੀ ਇਹ ਵੀਰ, ਤੇ ਕੂੜਾ ਹੀ ਖਾਈ ਜਾਂਦਾ ਸੀ। ਕੂੜੇ ਵਾਲੇ ਲਿਫਾਫੇ ਲੋਕ ਸੁੱਟ ਜਾਂਦੇ ਸੀ, ਉਹਦੇ 'ਚੋਂ ਕੂੜਾ ਕੱਢ ਲੈਂਦਾ ਸੀਗਾ ਤੇ ਉਹਦੇ ਵਿੱਚੋਂ ਕੱਢ ਕੇ ਕੂੜਾ ਖਾਈ ਜਾਂਦਾ ਰਹਿੰਦਾ ਸੀਗਾ। ਆ ਤੁਸੀਂ ਦੇਖ ਸਕਦੇ ਹੋ, ਆ ਕੱਪੜਿਆਂ ਦਾ ਰੰਗ ਨਹੀਂ, ਇਹ ਮੈਲ ਆ ਜੀ। ਆਹ ਤਕਰੀਬ 5-6 ਸਾਲਾਂ ਬਾਅਦ ਉੱਥੋਂ ਦੇ ਵੀਰ ਦੱਸਦੇ ਸੀ ਵੀ ਇਹਨੂੰ ਨਮਾਇਆ ਗਿਆ। ਲੀਰਾਂ ਕੱਪੜੇ ਇੰਨੇ ਬੰਨੇ, ਗਰਮੀਆਂ ਦੀਆਂ ਤਸਵੀਰਾਂ ਇਹ। ਮਾਰਚ ਦੇ ਵਿੱਚ 25 ਮਾਰਚ 2019 ਦੇ ਵਿੱਚ ਵੀਰ ਸਾਡੇ ਕੋਲ ਆਇਆ ਸੀਗਾ, ਉਦੋਂ ਅਸੀਂ ਬਾਰਨਹਾੜੇ ਸੀਗੇ। ਯਾਨੀ ਕਿ
ਕਿੱਦਾਂ ਦੀਆਂ ਰੂਹਾਂ ਵਾਹਿਗੁਰੂ ਜੀ ਨੇ ਸਾਡੇ ਕੋਲੇ ਭੇਜੀਆਂ, ਜਿਹੜੇ ਅੱਜ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਵਾ ਰਹੇ ਨੇ। ਯਾਨੀ ਕਿ ਸਾਡੀ ਸੋਚ ਤੋਂ ਵੀ ਪਰੇ ਦੀ ਗੱਲ ਆ ਜੀ ਇਹ। ਸੋਨੂੰ ਸਾਡਾ ਛੋਟਾ ਭਰਾ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਚੱਲਣ ਫਿਰਨ ਲੱਗ ਗਿਆ। ਜਿਹੜਾ ਬੱਚਾ 17-18 ਸਾਲਾਂ ਤੋਂ ਚੱਲਣ ਤੋਂ ਅਸਮਰੱਥ ਸੀ, ਉਹ ਤੁਹਾਡੀਆਂ ਦੁਆਵਾਂ ਨਾਲ ਤੇ ਵਾਹਿਗੁਰੂ ਦੀ ਮਿਹਰ ਨਾਲ ਅੱਜ ਆਪਣੇ ਪੈਰਾਂ ਤੇ ਚੱਲਦਾ। ਤੇ ਦੇਖ ਕੇ ਯਾਨੀ ਕਿ ਆਪਣੇ ਆਪ ਨੂੰ ਕਿੱਦਾਂ ਦਾ ਸਾਨੂੰ ਮਹਿਸੂਸ ਹੁੰਦਾ, ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਆਹ ਸੋਨੂੰ ਸੀ ਉਦੋਂ ਜਦੋਂ ਇਹਦੇ ਘਰ ਦੇ ਇਹਨੂੰ ਸੜਕ ਤੇ ਛੱਡ ਦਿੰਦੇ ਸੀ ਭੀਖ ਮੰਗਣ ਲਈ, ਆ ਵੀਲ ਚੇਅਰ ਤੇ ਬਿਠਾ ਕੇ ਸੜਕ ਦੇ ਉੱਤੇ ਤਿੱਖੜ ਦੁਪਹਿਰੇ ਗਰਮੀ ਦੇ ਵਿੱਚ ਉੱਥੇ ਬੈਠਾ ਚੌਂਕ ਦੇ ਵਿੱਚ ਇਦਾਂ ਭੀਖ ਮੰਗਣ ਲਈ ਮਜਬੂਰ ਸੀ ਇਹਨੂੰ ਵੀਰ ਸਾਡਾ। ਤੇ ਅੱਜ ਇਹ ਵੀਰ ਤੁਹਾਡੇ ਸਾਹਮਣੇ ਆ। ਸੋਨੂੰ ਕਿਵੇਂ ਪੁੱਤ? ਸੈੱਟ ਆ ਹੁਣ? ਠੀਕ ਆ। ਬੂਟ ਤੇਰੇ? ਹਾਂ ਪਾ ਬੂਟ ਪੁੱਤ, ਕਰੋ ਸਿਆਰ ਫਿਰ ਪ੍ਰਸ਼ਾਦ। ਇੱਦਾਂ ਸਾਡਾ ਮੁਹੰਮਦ ਸਲੀਮ ਵੀਰ। ਮੁਹੰਮਦ ਕਿੱਦਾਂ? ਸਲਾਮ ਵਾਲੇਕਮ ਭਾਈ। ਇਹ ਬਾਈ ਨੂੰ ਵੀ ਅਸੀਂ ਲੁਧਿਆਣੇ ਤੋਂ ਜੀ ਗੁਰੂ ਨਾਨਕ ਸਟੇਡੀਅਮ ਦੇ ਕੋਲੋਂ ਲੈ ਕੇ ਆਏ ਸੀਗੇ। ਜਾਣੀ ਕਿ ਯਕੀਨ ਮੰਨਿਓ ਜੀ, ਇਹ ਵੀਰ ਵਿਚਾਰਾ ਇੰਨੀ ਤਕਲੀਫ 'ਚ ਸੀ ਇੰਨੇ ਲੰਬੇ ਸਮੇਂ ਤੋਂ, ਕਰੀਬ ਸਾਲ 1.5 ਸਾਲ ਮੁਹੰਮਦ ਸਲੀਮ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਬੈਠਾ ਕੀੜਿਆਂ ਤੋਂ ਖਾਧਾ ਜਾ ਰਿਹਾ ਸੀ। ਇਹਨੂੰ ਹਜ਼ਾਰਾਂ ਲੱਖਾਂ ਲੋਕ ਉੱਥੋਂ ਦੀ ਦੇਖ ਗਏ ਹੋਣੇ ਆ ਸਾਲ 1.5 ਸਾਲ ਦੇ ਵਿੱਚ, ਪਰ ਕੋਈ ਵੀ ਹੱਥ ਮੁਹੰਮਦ ਸਲੀਮ ਵੱਲ ਨੂੰ ਨਹੀਂ ਵਧਿਆ। ਪਰ ਅੱਜ ਮੁਹੰਮਦ ਸਲੀਮ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਨਾਲ ਠੀਕ ਹੋ ਰਿਹਾ। ਲੱਤ ਤਾਂ ਚਲੋ ਮੁਹੰਮਦ ਸਲੀਮ ਦੀ ਕੱਟਣੀ ਪੈ ਗਈ ਡਾਕਟਰਾਂ ਨੂੰ। ਪਹਿਲਾਂ 4 ਆਪਰੇਸ਼ਨ ਕੀਤੇ ਉਹਨਾਂ ਨੇ, ਕੋਸ਼ਿਸ਼ ਕੀਤੀ ਬਹੁਤ ਵੀ ਇਹਦੀ ਲੱਤ ਬਚਾਈ ਜਾ ਸਕੇ, ਪਰ ਜਦੋਂ ਹੱਡੀ ਉਹ ਇੰਨੀ ਜ਼ਿਆਦਾ ਗਲ ਚੁੱਕੀ ਸੀਗੀ ਤੇ ਉਹਦਾ ਹੱਲ ਨਹੀਂ ਹੋ ਸਕਦਾ ਸੀ ਕੋਈ। ਅਖੀਰ ਨੂੰ ਫਿਰ ਡਾਕਟਰਾਂ ਨੂੰ ਡਿਸੀਜਨ ਲੈਣਾ ਪਿਆ ਮੁਹੰਮਦ ਦੀ, ਕਿਉਂਕਿ ਜੇ ਉਹ ਕਹਿੰਦੇ ਲੱਤ ਨਾ ਕੱਟੀ ਤਾਂ ਉਹ ਇਨਫੈਕਸ਼ਨ ਇੰਨੀ ਜ਼ਿਆਦਾ ਵਧੀ ਜਾ ਰਹੀ ਸੀਗੀ, ਉਹ ਇਹਦੇ ਲੀਵਰ ਤੱਕ ਪਹੁੰਚ ਰਹੀ ਸੀ। ਤੇ ਉਹਨੂੰ ਚੱਲਦਿਆਂ ਦੇਖ ਕੇ ਡਾਕਟਰਾਂ ਨੇ ਫਿਰ ਇਹਦੀ ਜਿਹੜੀ ਆ ਲੱਤ ਕੱਟਣੀ ਪਈ। ਚਲੋ ਵਾਹਿਗੁਰੂ ਦੀ ਕਿਰਪਾ ਨਾਲ ਚਾਹੇ ਲੱਤ ਕੱਟੀ ਗਈ, ਅਜੇ ਵੀ ਠੀਕ ਆ, ਹੁਣ ਵੀਲ ਚੇਅਰ ਦੇ ਉੱਤੇ ਆਪਣੀ ਵਧੀਆ ਜ਼ਿੰਦਗੀ ਜਿਉਂਦਾ। ਵਾਹਿਗੁਰੂ ਕਿਰਪਾ ਕਰਨ, ਸਾਨੂੰ ਬਲ ਬਖਸ਼ਣ, ਅਸੀਂ ਇਹਦੀ ਵੀਰ ਦੀ ਲੱਤ ਲਵਾ ਕੇ ਜਿਹੜੀ ਆਰਟੀਫਿਸ਼ਲ ਲੈਂਸ ਲੱਗ ਜੂਗਾ ਇਹਦੇ ਤੇ ਇਹ ਵੀਰ ਆਪਣੇ ਪੈਰਾਂ ਤੇ ਖੜਾ ਹੋ ਜਾਊਗਾ। ਤੇ ਅਰਦਾਸ ਕਰਿਓ ਮੁਹੰਮਦ ਸਲੀਮ ਦੇ ਜ਼ਿੰਦਗੀ ਵਾਸਤੇ, ਇਹਦੇ ਅੱਲਾ ਅੱਗੇ ਵੀ ਇਹਦੇ ਅੱਲਾਹ ਤਾਲਾ ਹੈ ਤਾਂ ਸਭ ਇੱਕੋ ਹੀ ਨੇ, ਚਾਹੇ ਉਹ ਵਾਹਿਗੁਰੂ ਹੈ, ਚਾਹੇ ਉਹ ਅੱਲਾ, ਚਾਹੇ ਰਾਮ ਆ, ਚਾਹੇ ਭਗਵਾਨ ਆ, ਵੀ ਉਹ ਇਹਦੇ ਤੇ ਕਿਰਪਾ ਕਰਨ। ਮੁਹੰਮਦ ਸਲੀਮ ਠੀਕ ਹੋ ਕੇ ਆਪਣੇ ਪੈਰਾਂ ਸਰ ਜਿਹੜਾ ਜੀਵਨ ਆ ਉਹ ਬਤੀਤ ਕਰ ਸਕੇ। ਇਹ ਬਾਪੂ ਭਗਤ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ। ਹਾਂ ਭਗਤ ਬਾਬੇ ਕੀ ਕਹਿੰਦੇ ਹੋ? ਇਹ ਬਾਬਾ ਭਗਤਾ ਜੀ, ਇਹਨਾਂ ਨੂੰ ਅਸੀਂ ਇਸ ਹਾਲਾਤ 'ਚ ਲੈ ਕੇ ਆਏ ਸੀ ਕਿ ਤੁਸੀਂ ਦੇਖਿਆ ਸਾਰਿਆਂ ਨੇ। ਇੱਦਾਂ ਬਾਪੂ ਉੱਥੇ ਗੋਹਾ ਚੱਕਦੇ ਸੀਗੇ। ਇਸ ਉਮਰ ਦੇ ਵਿੱਚ ਬਾਪੂ ਨੂੰ ਪਸ਼ੂਆਂ ਵਾਂਗ ਉੱਥੇ ਰੱਖਿਆ ਹੋਇਆ ਸੀਗਾ ਤੇ ਕੁੱਟਮਾਰ ਕੀਤੀ ਜਾਂਦੀ ਸੀ। ਤੇ ਅੱਜ ਬਾਪੂ ਸਰਦਾਰੀ ਕਰਦਾ ਸਾਡਾ ਇੱਥੇ। ਖੁੰਡਾ ਬਾਪੂ ਦੇ ਕੋਲੇ ਹੁੰਦਾ, ਸਾਰਾ ਦਿਨ ਬਾਪੂ ਨੇ ਪੂਰੀਆਂ ਗੱਲਾਂ ਕਰਨੀਆਂ। ਪਰ ਇਸ ਵਾਰ ਬਾਪੂ ਦੀ ਦੀਵਾਲੀ ਥੋੜੀ ਸੁੱਕੀ ਹੈਗੀ। ਬਾਪੂ ਨੇ ਬਥੇਰਾ ਕਿਹਾ, ਕਹਿੰਦਾ ਉਹ ਦੀਵਾਲੀ ਆ, ਮੈਨੂੰ ਪਊਆ ਲਵਾ ਦਿਓ, ਪਊਆ ਲਵਾ ਦਿਓ, ਸਾਰਿਆਂ ਨੂੰ ਕਹੀ ਗਿਆ ਬਾਪੂ। ਤੇ ਪਰ ਐਤਕੀ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਖੀਰ ਖਾ ਕੇ ਦੀਵਾਲੀ ਮਨਾਈ। ਕਿਉਂ ਬਾਪੂ ਦੀਵਾਲੀ ਵਧੀਆ ਰਹੀ? ਦੀਵਾਲੀ ਵਧੀਆ ਰਹੀ? ਦੀਵਾਲੀ ਵਧੀਆ ਰਹੀ? ਉਹ ਬਾਬੇ ਨਾਨਕ ਦੀ ਬਾਪੂ ਪਹਿਲੀ ਵਾਰੀ ਦੀਵਾਲੀ ਹੈ ਜਿਹੜੀ ਤੁਸੀਂ ਕੁਝ ਖਾਧਾ ਪੀਤਾ ਨਹੀਂ, ਮਹਾਰਾਜ ਦੇ ਘਰ ਦੇ ਵਿੱਚ ਰਹਿ ਕੇ ਮਨਾਈ ਆਪਾਂ। ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਬਾਪੂ।
ਇੱਧਰ ਗੁਰਦਿੱਤੇ ਨੂੰ ਪ੍ਰਸ਼ਾਦਾ ਛਕਾਇਆ ਜਾ ਰਿਹਾ ਜੀ। ਤੇ ਗੁਰਦਿੱਤੇ ਨੂੰ ਵੀ ਤੁਸੀਂ ਸਾਰਿਆਂ ਨੇ ਦੇਖਿਆ ਸੀਗਾ ਵੀ ਕਿਹੜੇ ਹਾਲਾਤਾਂ ਦੇ ਵਿੱਚ ਗੁਰਦਿੱਤੇ ਨੂੰ ਅਸੀਂ ਲੈ ਕੇ ਆਏ ਸੀਗੇ। ਮੋਗੇ ਸ਼ਹਿਰ ਤੋਂ ਜਦੋਂ ਬਾਹਰ ਨਿਕਲਦੇ ਆ ਤਾਂ ਅੱਗੇ ਡਗਰੂ ਵਾਲੇ ਫਾਟਕ ਆਉਂਦੇ ਆ ਜੀ। ਡਗਰੂ ਵਾਲੇ ਫਾਟਕਾਂ ਤੇ ਗੁਰਦਿੱਤਾ ਵਿਚਾਰਾ ਬਹੁਤ ਮਾੜੇ ਹਾਲਾਤ 'ਚ ਪਿਆ ਹੁੰਦਾ ਸੀ। ਤੇ ਮੁਹੰਮਦ ਸਲੀਮ ਵੀਰ ਦੀ ਆਪਾਂ ਗੱਲ ਕਰਦੇ ਸੀ, ਇਹਦੀਆਂ ਤਸਵੀਰਾਂ ਵੀਰ ਦੀਆਂ, ਇਹ ਉਸ ਟਾਈਮ ਦੀਆਂ ਮੁਹੰਮਦ ਸਲੀਮ ਦੀਆਂ ਤਸਵੀਰਾਂ ਜੀ। ਆਪਾਂ ਗੋਡੇ ਦੇ ਉੱਪਰ ਇਹਦੇ ਵੀਰ ਦੇ ਕੀੜੇ ਪਏ ਹੋਏ ਸੀਗੇ, ਐਡੀ ਵੱਡੀ ਖੁੱਡ ਸੀ ਗੋਡੇ ਦੇ ਵਿੱਚ ਤੇ ਇੱਕ ਹੱਡੀਆਂ ਦਾ ਪਿੰਜਰ, ਇਹ ਇਨਸਾਨ ਉੱਥੇ ਬੈਠਾ। ਤੇ ਅੱਜ ਦਾ ਮੁਹੰਮਦ ਸਲੀਮ ਤੇ ਉਸ ਦਿਨ ਦੇ ਮੁਹੰਮਦ ਸਲੀਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੀ। ਆ ਤੁਸੀਂ ਦੇਖੋ ਕਿੱਦਾਂ ਇਹਦਾ ਪੱਟ ਜਿਹੜਾ ਘੁੰਮ ਕੇ ਕਿੱਥੇ ਗਿਆ ਹੋਇਆ ਸੀਗਾ, ਸਾਰਾ ਗਲਿਆ ਪਿਆ ਸੀ ਪੱਟ ਇਹਦਾ ਵਿਚਾਰੇ ਦਾ। ਗੋਡੇ ਤੋਂ ਉੱਪਰ ਏਡੇ ਏਡੇ ਸਰਾਖ ਸੀਗੇ। ਤੇ ਅੱਜ ਵਾਹਿਗੁਰੂ ਦੀ ਬਹੁਤ ਕਿਰਪਾ, ਸੱਚੇ ਪਾਤਸ਼ਾਹ ਦੀ ਮਿਹਰ ਆ। ਉਸ ਟਾਈਮ ਦਾ ਮੁਹੰਮਦ ਸਲੀਮ, ਅੱਜ ਦਾ ਮੁਹੰਮਦ ਸਲੀਮ, ਇਹ ਸਭ ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ ਵਾ। ਉਹ ਵਾਹਿਗੁਰੂ ਦੀ ਕਿਰਪਾ ਨਹੀਂ, ਸਾਡੀ ਇੰਨੀ ਔਕਾਤ ਨਹੀਂ ਸੀ, ਇੰਨੀ ਹੈਸੀਅਤ ਨਹੀਂ ਸੀ ਵੀ ਅਸੀਂ ਇੰਨੇ ਬੰਦਿਆਂ ਨੂੰ ਪ੍ਰਸ਼ਾਦਾ ਵੀ ਛਕਾ ਸਕੀਏ। ਕਰੇ ਕਰਾਵੇ ਆਪੇ ਆਪ, ਮਾਨਸ ਕੇ ਨਾ ਹੀ ਕੁਛ ਹਾਥ। ਕੋਮਲਾ ਕਿਵੇਂ ਫਿਰ ਅੱਜ ਸਾਗ ਕਿਵੇਂ ਲੱਗਿਆ? ਵਧੀਆ ਸੀ ਪੂਰਾ? ਅੱਛਾ, ਮੱਕੀ ਦੀਆਂ ਰੋਟੀਆਂ ਵੀ ਸਵਾਦ ਸੀ। ਅੱਜ ਬੀਬੀ ਨੇ ਬਣਾਈਆਂ, ਦੇ ਲਾ ਮੰਮੀ ਆਈ ਸੀਗੀ ਬਾਹਰ, ਮੈਂ ਕੋਮਲ ਨੂੰ ਮੱਕੀ ਦੀ ਰੋਟੀ ਜ਼ਰੂਰ ਖਵਾਇਓ ਮੈਨੂੰ, ਕਹਿੰਦੇ ਮਾਤਾ ਕਹਿੰਦੇ। ਕਿਉਂ ਕੋਮਲਾ? ਆਜੋ ਸੈਰ ਕਰੀਏ ਬਾਪੂ। ਹੁਣ ਸੈਰ ਕਰ ਰਹੇ ਆ ਜੀ ਸਾਰੇ ਮੈਂਬਰ। ਆ ਬਾਪੂ ਨਿਹੰਗ ਸਿੰਘ ਸਾਡੇ, ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਨੂੰ ਅਸੀਂ ਨਾਨਕਸਰ ਕਲੇਰਾਂ ਤੋਂ ਲੈ ਕੇ ਆਏ ਸੀ। ਬਾਪੂ ਸੜਕ ਤੇ ਪਏ ਸੀ ਬਹੁਤ ਮਾੜੇ ਹਾਲਾਤ 'ਚ ਜੀ, ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਕਾਇਮ ਹੋ ਗਿਆ ਬਾਪੂ। ਬੱਬੂ ਬਾਬਾ ਜੀ ਸਤਿ ਸ਼੍ਰੀ ਅਕਾਲ। ਹੋਰ ਬਾਪੂ ਠੀਕ ਹੋ? ਸਿਹਤਾਂ ਠੀਕ ਆ ਬਾਪੂ? ਸਿਹਤਾਂ ਠੀਕ ਆ? ਹੈਂ? ਲੱਕ ਦਰਦ ਨਹੀਂ ਹਟਦਾ? ਕੋਈ ਗੱਲ ਨਹੀਂ। ਲੱਕ ਦੁਖਦਾ ਕਾਹਦੇ ਨਾਲ? ਲੱਕ ਕਾਹਦੇ ਨਾਲ ਦੁਖਦਾ? ਹਾਂ ਪੜ੍ਹਦਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬਾਪੂ ਨਾਲ ਮੈਨੂੰ ਗੱਲ ਕਰ ਲੈਣ ਦੇ। ਬਾਪੂ ਲੱਕ ਕਿਵੇਂ ਦੁਖਦਾ? ਕਿੰਨੇ ਕੁ ਟਾਈਮ ਤੋਂ ਦੁਖ ਰਿਹਾ? ਅੱਛਾ, ਲਿਖਣ ਨਾਲ ਦੁਖਦਾ? ਠੀਕ ਆ ਬਾਪੂ, ਕੋਈ ਨਾ ਆਪਾਂ ਡਾਕਟਰ ਨਾਲ ਗੱਲ ਕਰ ਲਾਂਗੇ ਬਾਪੂ। ਠੀਕ ਆ ਬਾਪੂ? ਹਾਂ ਸਭ ਠੀਕ ਹੋ ਜੂ ਬਾਪੂ, ਕੋਈ ਗੱਲ ਨਹੀਂ, ਆਪਾਂ ਡਾਕਟਰ ਨਾਲ ਗੱਲ ਕਰਾਂਗੇ। ਹੋਰ ਬਾਪੂ ਜੀ ਪਿੰਡ ਕਿਹੜਾ ਤੁਹਾਡਾ ਬਾਪੂ? ਸ੍ਰੀ ਅੰਮ੍ਰਿਤਸਰ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲੇ ਪਿੰਡ ਪੈਂਦਾ ਤੁਹਾਡਾ ਕੋਈ? ਪਿੰਡ ਬੰਦ ਆ। ਕਿਹੜਾ ਪਿੰਡ ਆਉਂ? ਮੱਜੂਪੁਰਾ ਬੰਦ ਆ। ਬੰਦ ਕੀਤਾ ਹੋਇਆ ਉਹ? ਬੰਦ ਪਿਆ ਨਹੀਂ ਕੋਈ। ਕਿਉਂ? ਵਿਹਲਾ ਪਿਆ। ਉੱਥੇ ਕਾਹਤੋਂ ਨਹੀਂ ਰਹਿੰਦਾ ਕੋਈ? ਹੈ ਨਹੀਂ ਉੱਥੇ, ਅੰਮ੍ਰਿਤਸਰ ਰਹਿੰਦੇ। ਘਰ ਦੇ ਤੁਹਾਡੇ ਕਿੱਥੇ ਗਏ ਬਾਪੂ? ਸ੍ਰੀ ਅੰਮ੍ਰਿਤਸਰ ਰਹਿੰਦੇ ਨੇ। ਕਿੱਥੇ, ਕਿਹੜੇ ਮਹੱਲੇ 'ਚ? ਸ੍ਰੀ ਉਦਮ ਸਿੰਘ ਨਗਰ। ਸ੍ਰੀ ਉਦਮ ਸਿੰਘ ਨੇ। ਕੌਣ ਰਹਿੰਦਾ ਬਾਪੂ ਉੱਥੇ? ਪਾਪਾ ਰਹਿੰਦੇ। ਹਾਂ ਝਾਈ ਰਹਿੰਦੇ। ਪਾਪਾ ਜੀ ਰਹਿੰਦੇ, ਝਾਈ ਰਹਿੰਦੇ ਆ। ਹਾਂ। ਪਾਪਾ ਜੀ ਕੀ ਕੰਮ ਕਰਦੇ ਸੀ ਬਾਪੂ ਤੁਹਾਡੇ? ਮਿਆਨ ਬਣਾਉਂਦੇ ਨੇ। ਮਿਆਨ? ਆ ਕਿਰਪਾਨ ਵਾਲੀ ਮਿਆਨ? ਹਾਂ। ਠੀਕ ਆ। ਤੇ ਤੁਸੀਂ ਬਾਪੂ ਜੀ ਕੀ ਕੰਮ ਕਰਦੇ ਹੁੰਦੇ ਸੀ? ਮੈਂ ਖਰਾਬ ਦਾ ਕੰਮ ਕਰਿਆ ਕਰਦਾ ਹਾਂ। ਖਰਾਦ ਦਾ ਕੰਮ? ਖਰਾਦ ਦੇ ਕੰਮ 'ਚ ਕੀ ਕਰਦੇ ਸੀ? 35 ਈਸਟ ਮੋਹਨ ਨਗਰ 'ਚ। 35 ਈਸਟ ਮੋਹਨ ਨਗਰ 'ਚ? ਹਾਂ। ਉੱਥੇ ਕਿਹੜੀ ਫੈਕਟਰੀ 'ਚ ਕੰਮ ਕਰਦੇ ਸੀ? ਵਾਟਰ ਮੀਟਰ ਬਣਦੇ। ਵਾਟਰ ਮੀਟਰ, ਜਿਹੜੇ ਆ ਪਾਣੀ ਵਾਲੇ ਹਾਂ। ਮੀਟਰ ਹੁੰਦੇ ਆ? ਹਾਂ। ਓਕੇ ਓਕੇ ਓਕੇ, ਖਰਾਬ ਦਾ ਕੰਮ ਕਰਦਾ ਸੀ। ਠੀਕ ਆ ਠੀਕ ਆ ਬਾਪੂ। ਕਿੰਨੇ ਕੁ ਸਾਲ ਕੀਤਾ ਬਾਪੂ ਜੀ? ਮੈਂ ਬੜਾ ਤਾਂ ਲੱਗਾ ਰਿਹਾ। ਅੱਛਾ ਜੀ, ਬਹੁਤ ਸਾਲ ਕੀਤਾ ਹੈ। ਇਹ ਬਾਪੂ ਬੱਬੂ ਸਿੰਘ ਜੀ ਜੀ, ਇਹਨਾਂ ਨੂੰ ਅਸੀਂ 2016 ਦੇ ਵਿੱਚ ਲੈ ਕੇ ਆਏ ਸੀਗੇ ਜੀ। ਤੇ ਆ ਮੇਰੀ ਉਸ ਟਾਈਮ ਦੀ ਤਸਵੀਰ ਆ ਜੀ, ਕਲਯੁਗੀ ਇਨਸਾਨ ਦੀ। ਤੇ ਇਹ ਪਿੱਛੇ ਬਾਪੂ ਜੀ ਬੈਠੇ ਨੇ ਗੱਡੀ ਦੇ ਵਿੱਚ, ਦਸਤਾਰ ਤੁਸੀਂ ਦੇਖੋ ਕਿੰਨੀ ਮਾੜੇ। ਬਾਪੂ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਪਏ ਸੀਗੇ ਇੱਕ ਜੰਗਲ ਦੇ ਵਿੱਚ। ਇੱਥੇ ਗੁਰਦੁਆਰਾ ਪੌੜ ਸਾਹਿਬ ਆ। ਤੇ ਜਦੋਂ ਯਕੀਨ ਮੰਨਿਓ, ਅਸੀਂ ਬਾਪੂ ਜੀ ਦੀ ਦਸਤਾਰ ਲਾਈ ਸੀ ਨਾ, ਆ ਮੱਥੇ ਦੇ ਉੱਤੋਂ ਮਾਸ ਉਵੇਂ ਨਾਲ ਜੁੜਿਆ ਹੋਇਆ ਸੀ ਦਸਤਾਰ ਦੇ, ਤੇ ਮੱਥੇ ਤੋਂ ਸਕਿਨ ਉਵੇਂ ਹੀ ਲੈ ਗਈ। ਪਤਾ ਨਹੀਂ ਕਿੰਨੇ ਸਮੇਂ ਤੋਂ ਬਾਪੂ ਨੇ ਦਮਾਲਾ ਜਿਹੜਾ ਇਹ ਸਜਾਇਆ ਹੋਇਆ ਸੀ, ਜਿਹੜਾ ਸਕਿਨ ਦੇ ਨਾਲ ਵਿੱਚ ਵੜਿਆ ਪਿਆ ਸੀ। ਤੇ ਜਦੋਂ ਅਸੀਂ ਦੁਪੱਟਾ ਖੋਲ੍ਹਿਆ ਤੇ ਸਕਿਨ ਨਾਲ ਹੀ ਉਧੜਨੀ ਸ਼ੁਰੂ ਹੋ ਗਈ ਬਾਪੂ ਦੀ। ਬਾਪੂ ਜੀ ਦਾ ਇਸ਼ਨਾਨ ਅਸੀਂ ਚੈੱਕਅਪ ਕਰਾਇਆ। ਬਾਪੂ ਦੇ ਹੱਥਾਂ ਦੇ ਜਿਹੜੇ ਨਹੁੰ ਐਡੇ ਲੰਬੇ ਵਧੇ ਹੋਏ ਸੀਗੇ। ਉਸ ਤੋਂ ਬਾਅਦ ਬਾਪੂ ਜੀ ਦੇ
ਜਿਹੜੀ ਦਸਤਾਰ ਬੰਨੀ, ਦਸਤਾਰ ਬੰਨਣ ਤੋਂ ਬਾਅਦ ਬਾਪੂ ਜੀ ਫਿਰ ਆਪਣਾ ਪਿੰਡ ਦੱਸਿਆ ਬਾਪੂ ਨੇ, ਮੱਝੂਪੁਰਾ, ਅੰਮ੍ਰਿਤਸਰ ਡਿਸਟ੍ਰਿਕਟ, ਅਜਨਾਲਾ ਤਹਿਸੀਲ। ਅਸੀਂ ਉੱਥੇ ਜਾ ਕੇ ਜਦੋਂ ਪਤਾ ਕਰਾਇਆ ਤਾਂ ਕਾਲੇ ਦੌਰ 'ਚ, ਅੱਤਵਾਦ ਦੇ ਸਮੇਂ 'ਚ ਬਾਪੂ ਬੱਬੂ ਸਿੰਘ ਜੀ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਪੁਲਿਸ ਨੇ ਖੇਰੂ ਕਰਤਾ ਸੀ। ਸਾਰੇ ਪਰਿਵਾਰ ਨੂੰ ਮੌਤ ਦੀ ਘਾਟ ਉਤਾਰਤਾ ਸੀ। ਮੱਝੂਪੁਰੇ ਪਿੰਡ 'ਚ ਅੱਜ ਵੀ ਇਹਨਾਂ ਦਾ ਘਰ ਆ, ਅੱਧਾ ਕੁ ਲੋਕਾਂ ਨੇ ਦੱਬ ਲਿਆ, ਅੱਧੇ ਕੁ ਦੇ ਵਿੱਚ ਏਡੇ ਏਡੇ ਬੂਝੇ ਖੜੇ ਨੇ, ਕਾਹੀ ਖੜੀ ਆ ਤੇ ਜੰਗਲ ਹੋਇਆ ਪਿਆ ਉਹਦੇ ਵਿੱਚ। ਤੇ ਬਾਪੂ ਵਿਚਾਰੇ ਨੂੰ ਹਜੇ ਵੀ ਐਂ ਲੱਗਦਾ ਵੀ ਬਾਪੂ ਦਾ ਪਰਿਵਾਰ ਅੰਮ੍ਰਿਤਸਰ ਰਹਿੰਦਾ। ਬਾਪੂ ਦੇ ਪਿਤਾ ਜੀ ਆ ਉਹ ਕੰਮ ਕਰਦੇ ਨੇ, ਬਾਪੂ ਵਾਟਰ ਮੀਟਰ ਬਣਾਉਂਦੇ ਹੁੰਦੇ ਸੀ, ਕਿਸੇ ਕੰਪਨੀ 'ਚ ਕੰਮ ਕਰਦੇ ਸੀ। ਬਾਪੂ ਦੇ ਫਾਦਰ ਸਾਹਿਬ ਆ ਜਿਹੜੇ ਉਹ ਮਿਆਨਾਂ ਬਣਾਉਂਦੇ ਸੀ, ਕਿਰਪਾਨ ਤੇ ਦੀਆਂ ਮਿਆਨਾਂ। ਕਾਲੇ ਦੌਰ 'ਚ ਬਾਪੂ ਬੱਬੂ ਸਿੰਘ ਦਾ ਪੂਰਾ ਪਰਿਵਾਰ ਖਤਮ ਕਰਤਾ ਉਸ ਟਾਈਮ, ਤੇ ਬਾਪੂ ਮੈਂਟਲੀ ਅਪਸੈਟ ਹੋ ਗਏ ਸੀ। ਤੇ ਇਧਰ ਸਾਡੇ ਬਾਪੂ ਗੋਪਾਲ ਸਿੰਘ ਜੀ ਜਾਂਦੇ ਨੇ, ਰੇਡੂਆ ਸੁਣਦੇ। ਹਾਂ ਬਾਪੂ, ਕੋਈ ਖਬਰ ਸੁਣਾ ਦੇ। ਕਿੰਨੇ ਮਰ ਗਏ? 270 ਮਰ ਗਏ। ਕਿੱਥੇ ਬਾਪੂ? ਦਿੱਲੀ 'ਚ? ਦਿੱਲੀ 'ਚ ਬੜੇ ਮਰੇ। ਦੇਵਾਨੰਦ ਵੀ ਮਰ ਗਿਆ? ਦੇਵਾਨੰਦ ਦੀ ਤਾਂ ਬਾਪੂ ਮੈਨੂੰ ਲੱਗਦਾ ਬਹੁਤ ਸਾਲ ਹੋ ਗਏ ਮਰੇ ਨੂੰ ਤਾਂ। ਹਾਂ ਬਹੁਤ ਸਾਲ ਹੋ ਗਏ ਬਾਪੂ ਨੂੰ ਤਾਂ ਮਰੇ ਨੂੰ। ਤੇ ਬਹੁਤ ਸਾਲਾਂ ਤੋਂ ਮਰਿਆ ਹੋਇਆ ਬਾਪੂ ਦੇਵਾਨੰਦ ਤਾਂ। ਤੂੰ ਦੇਵਾਨੰਦ ਦੀ ਫਿਲਮ ਦੇਖੀ ਕੋਈ ਬਾਪੂ? ਦੇਖੀ ਨਹੀਂ? ਵੀ ਤੈਨੂੰ ਕਿਉਂ ਪਤਾ ਫਿਲਮਾਂ 'ਚ? ਲਤਾ ਮੰਗੇਸ਼ਕਰ। ਚੱਲ ਸ਼ੋਕ, ਚੱਲ ਸ਼ੋਕ। ਅੱਛਾ, ਲਤਾ ਮੰਗੇਸ਼ਕਰ ਜਿੰਦਾ। ਹਾਂ ਬਈ ਸ਼ੁਕਲੇ ਬਾਬੇ ਕਿਵੇਂ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਕਲੇ ਬਾਬਾ ਜੀ ਸਾਡੇ ਉਹ ਬਾਬਾ ਜੀ ਨੇ ਜਿਨ੍ਹਾਂ ਨੇ ਸੇਵਾ ਸਾਡੀ ਸ਼ੁਰੂ ਕਰਾਈ। ਇਹ ਸਭ ਤੋਂ ਪਹਿਲੇ ਮੈਂਬਰ ਨੇ। ਲਾਈਟ ਘੱਟ ਕਰ, ਮੂੰਹ ਤੇ ਬਾਹਲੀ ਪੈ ਰਹੀ ਆ, ਇੱਕ ਚੱਟਾ ਕਿੰਨਾ ਘੱਟ, ਮਤਲਬ ਐ ਦੇਖ। ਸ਼ੁਕਲੇ ਬਾਬੇ ਕਿਵੇਂ ਆ? ਠੀਕ ਆ। ਇਹ ਬਾਪੂ ਸੀਗਾ ਵੀਰ ਸਾਡਾ ਜਿਹੜਾ ਸਭ ਤੋਂ ਪਹਿਲਾ ਮੈਂਬਰ। ਚੱਲ ਮੈਂ ਆ ਗਿਆ, ਚੱਲ। ਸਭ ਤੋਂ ਪਹਿਲੇ ਮੈਂਬਰ ਸੀਗਾ ਇਹ ਵੀਰ ਸਾਡਾ ਸ਼ੁਕਲਾ। ਢਾਬੇ ਦੇ ਉੱਤੇ ਸਾਡੇ ਤੇ ਆ ਕੇ ਇਹ ਵੀਰ ਡਿੱਗ ਪਿਆ ਸੀ ਉੱਥੇ ਢਾਬਾ। ਜਿਵੇਂ ਸੰਗਤ ਨੂੰ ਪਤਾ ਵੀ ਜਿਹੜੀ ਸੇਵਾ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ, ਢਾਬੇ ਤੋਂ ਸ਼ੁਰੂ ਹੋਈ ਸੀ ਇੱਕ ਤੋਂ। ਉੱਥੇ ਇੱਕ ਦਿਨ ਢਾਬੇ ਤੇ ਅਸੀਂ ਬੈਠੇ ਸੀ, ਦੁਪਹਿਰ ਦਾ ਟਾਈਮ ਸੀ, ਮਈ ਦਾ ਮਹੀਨਾ ਸੀ, ਬਹੁਤ ਗਰਮੀ ਸੀ ਅੰਤਾਂ ਦੀ। ਤੇ ਉੱਥੇ ਸ਼ੁਕਲਾ ਵੀਰ ਸਾਡਾ ਆਇਆ, ਰੁੜਦਾ ਹੀ ਪੈਰਾਲਾਈਜ਼ ਹੋਇਆ ਸੀ ਇਹਨੂੰ, ਜਿਵੇਂ ਹੁਣ ਵੀ ਸ਼ੁਕਲੇ ਵੀਰੇ ਉਰੇ ਨੂੰ ਆਈ ਤੁਰ ਕੇ। ਆ ਦੇਖੋ ਹੁਣ ਵੀ ਇਹ ਵੀਰ ਇਦਾਂ ਤੁਰਦਾ ਹਨਾ। ਤੇ ਉਦੋਂ ਇਹਨੂੰ ਤਾਜ਼ਾ ਹੀ ਅਧਰੰਗ ਦਾ ਅਟੈਕ ਆਇਆ ਸੀ, ਤੇ ਤੁਰ ਨਹੀਂ ਸੀ ਹੁੰਦਾ, ਤੇ ਰੁੜਦਾ ਹੀ ਆਇਆ ਇਹ। ਤੇ ਜਿਵੇਂ ਉੱਥੇ ਆ ਕੇ ਇਹਦੇ ਸਰੀਰ ਨੇ ਸਾਰ ਛੱਡਤਾ, ਤੇ ਉੱਥੇ ਆ ਕੇ ਢਾਬੇ ਦੇ ਮੂਹਰੇ ਡਿੱਗ ਪਿਆ। ਤੇ ਸ਼ਾਇਦ ਮੇਰੀ ਥਾਂ ਤੇ ਕੋਈ ਹੋਰ ਵੀ ਹੁੰਦਾ ਤਾਂ ਮੈਨੂੰ ਲੱਗਦਾ ਵੀ ਉਹ ਵੀ ਜ਼ਰੂਰ ਚੱਕਦਾ ਉਸ ਟਾਈਮ ਜਿਹੜੇ ਹਾਲਾਤ ਸੀ ਇਹਦੇ ਵੀਰ ਦੇ। ਸਤਿ ਸ਼੍ਰੀ ਅਕਾਲ। ਤੇ ਸਤਿ ਸ਼੍ਰੀ ਅਕਾਲ ਬਾਪੂ। ਤੇ ਅਸੀਂ ਵੀ ਜਾ ਕੇ ਉੱਥੇ ਭੱਜ ਕੇ ਜਾ ਕੇ ਮੈਂ ਇਹਨੂੰ ਚੁੱਕਿਆ, ਚੱਕ ਕੇ ਇਹਨੂੰ ਆਪਣੇ ਕੋਲੇ ਬਿਠਾ ਲਿਆ, ਪਾਣੀ ਪੂਣੀ ਪਿਲਾਇਆ, ਚਾਹ ਪਿਲਾਉਣ ਦੀ ਕੋਸ਼ਿਸ਼ ਕੀਤੀ। ਤਾਂ ਇਹਨੇ ਦਿਖਾਇਆ ਮੂੰਹ ਖੋਲ ਕੇ, ਜ਼ਖਮ ਬਹੁਤ ਜ਼ਿਆਦਾ ਹੋਏ ਸੀ ਮੂੰਹ ਦੇ ਵਿੱਚ ਇਹਦੇ ਵੀਰ ਦੇ। ਤਾਂ ਫਿਰ ਇਹਨੇ ਹੌਲੀ ਦੱਸਿਆ ਟੁੱਟੀ ਜੀ ਆਵਾਜ਼ ਦੇ ਵਿੱਚ ਵੀ ਮੈਨੂੰ ਉੱਥੇ ਗੁੱਜਰ ਲੈ ਗਏ ਸੀ ਚੱਕ ਕੇ, ਵੀ ਉਹਨਾਂ ਦੇ ਘਰੇ ਮੈਂ ਕੰਮ ਕਰਦਾ ਸੀ, ਮੈਨੂੰ ਕੁੱਟਦੇ ਮਾਰਦੇ ਸੀਗੇ, ਵੀ ਆਹ ਪਤਾ ਨਹੀਂ ਮੈਨੂੰ ਕੀ ਹੋ ਗਿਆ ਸਰੀਰ ਨੂੰ, ਵੀ ਜਦੋਂ ਮੇਰਾ ਸਰੀਰ ਇਦਾਂ ਹੋ ਗਿਆ। ਤੇ ਉਹ ਮੈਨੂੰ ਸਿੱਟ ਗਏ ਇੱਥੇ ਪੁਲ ਦੇ ਥੱਲੇ, ਵੀ ਮੈਂ ਹੁਣ ਕਈ ਦਿਨਾਂ ਤੋਂ ਇੱਥੇ ਪੁਲ ਦੇ ਥੱਲੇ ਪਿਆ ਸੀਗਾ। ਤੇ ਅੱਜ ਵੀ ਮੈਂ ਰੁੜਦਾ ਇੱਥੇ ਪੁਲ ਦੇ ਥੱਲੇੋਂ ਇੱਥੇ ਤੁਹਾਡੇ ਤੱਕ ਪਹੁੰਚਿਆ, ਵੀ ਮੈਨੂੰ ਪਾਣੀ ਪੀਤੇ ਨੂੰ ਵੀ 3 ਦਿਨ ਹੋ ਗਏ ਸੀ। ਤਾਂ ਫਿਰ ਸਾਨੂੰ ਲੱਗਿਆ ਵੀ ਬੰਦਾ ਲੋੜਵੰਦ ਆ ਜੀ, ਜਿਵੇਂ ਕਹਿ ਦਈਏ ਪਾਣੀ ਪੂਣੀ ਹੋਰ ਪਿਲਾਇਆ ਇਹਨੂੰ। ਤਾਂ ਫਿਰ ਮਨ 'ਚ ਆਇਆ, ਪਤਾ ਨਹੀਂ ਕਿਵੇਂ ਉਹ ਵਾਹਿਗੁਰੂ ਜੀ ਨੇ ਮਨ 'ਚ ਵਸ ਕੇ ਸੇਵਾ ਸ਼ੁਰੂ ਕਰਵਾਤੀ। ਤੇ ਇਹਨੂੰ ਮੈਂ ਪਿੱਛੇ ਲੈ ਗਿਆ ਜੀ ਫੜ ਕੇ ਢਾਬੇ ਦੇ ਮਗਰ, ਜਿੱਥੇ ਡਰਾਈਵਰਾਂ ਦੇ ਨਹਾਉਣ ਵਾਸਤੇ ਜਗ੍ਹਾ ਬਣਾਈ ਹੋਈ ਸੀ, ਉੱਥੇ ਲਿਜਾ ਕੇ ਜੀ ਇਹਨੂੰ ਅਸੀਂ ਇਸ਼ਨਾਨ ਕਰਵਾਇਆ। ਇਸ਼ਨਾਨ ਕਰਵਾ ਕੇ ਨਹਾ ਕੇ ਇਹਦੇ ਕੱਪੜੇ ਬਦਲਾ ਕੇ ਫੋਟੋਆਂ ਖਿੱਚ ਲਈਆਂ ਇਹਦੀਆਂ 4-5 ਜੀ। ਉਹ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾ ਦਿੱਤੀਆਂ ਜੀ, ਜਿੱਦਾਂ ਕਹਿ ਦਈਏ ਵੀ ਉਹ ਵਾਹਿਗੁਰੂ ਨੇ ਕਰਾਉਣਾ ਹੁੰਦਾ ਸਭ ਕੁਛ ਹੈ ਨਾ। ਤੇ ਉਹ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾਈਆਂ। ਤੇ ਇਹਦਾ ਘਰ ਲੱਭ ਗਿਆ ਜੀ ਸ਼ਾਮ ਨੂੰ, ਕਿਸੇ ਨੇ ਪਛਾਣ ਲਈਆਂ ਫੋਟੋਆਂ। ਉਹਨਾਂ ਨੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਵੀ ਇਹ ਤਾਂ ਅਰੁਣ ਕੁਮਾਰ ਹੈ ਇਹਦਾ ਨਾਂ, ਸ਼ੁਕਲਾ ਇਹਦਾ ਭਰਾ, ਇੱਥੇ ਲੁਧਿਆਣੇ ਦੁੱਗਰੀ ਰਹਿੰਦਾ। ਤੇ ਉਹਨਾਂ ਨੇ ਦੱਸਿਆ ਵੀ ਇਹਦੀ ਬਾਂਹ ਦੇ ਉੱਪਰ ਚੈੱਕ ਕਰੋ, ਉੱਤੇ ਨੰਬਰ ਲਿਖਿਆ ਹੋਊਗਾ। ਤੇ ਜਦੋਂ ਅਸੀਂ ਬਾਂਹ ਚੈੱਕ ਕੀਤੀ ਇਹਦੀ, ਉਹਦੇ ਉੱਤੇ ਟੈਟੂ ਬਣਾ ਕੇ, ਸ਼ੁਕਰੇ ਬਾਈ ਬਾਂਹ ਤੇ ਦਿਖਾਈ ਟੈਟੂ ਬਣਿਆ ਹੋਇਆ ਤੇਰੇ ਹੁਣ ਵੀ। ਆਹ ਦੇਖੋ ਇਹਦੀ ਬਾਂਹ ਦੇ ਉੱਪਰ, ਵੀਰ ਦੀ ਦੇ ਉੱਪਰ ਨਾ ਟੈਟੂ ਬਣਿਆ ਹੋਇਆ ਵਾ। ਇਹਦੇ ਭਰਾ ਦਾ ਨੰਬਰ
ਲਿਖਾਇਆ ਹੋਇਆ ਪੱਕਾ ਹੀ। ਚੱਕ ਤਾਂ ਕਰਦਾ ਸ਼ੁਕਲੇ ਬਾਈ, ਆ ਦੇਖ ਬਸ 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 ਸ਼ੁਕਲੇ ਵੀਰੇ, ਆ ਦੇਖੋ ਆ ਨੰਬਰ ਲਿਖਿਆ ਹੋਇਆ ਮੋਬਾਈਲ ਨੰਬਰ ਹੈ ਨਾ। ਤੇ ਇਹ ਨੰਬਰ ਜਦੋਂ ਅਸੀਂ ਚੈੱਕ ਕੀਤਾ ਪੜ੍ਹਿਆ ਤੇ ਅਸੀਂ ਇਸ ਨੰਬਰ ਤੇ ਫੋਨ ਕੀਤਾ। ਆ ਉਸ ਟਾਈਮ ਵੀਰ ਦੀ ਤਸਵੀਰ ਆ ਜਦੋਂ ਸਾਡੇ ਕੋਲ ਢਾਬੇ ਤੇ ਆਇਆ ਸੀ ਰੁੜਦਾ ਹੀ। ਆ ਇਹਦੇ ਕੋਲੇ ਪਾਣੀ ਵਾਲੀ ਬੋਤਲ ਫੜੀ ਸੀ ਖਾਲੀ ਹੱਥ 'ਚ, ਤੇ ਆ ਇਹਦੇ ਗਰਮੀਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਪਾਏ ਸੀ। ਆ ਮੇਰੀ ਤਸਵੀਰ ਆ ਉਸ ਟਾਈਮ ਇਸ਼ਨਾਨ ਕਰਾਉਂਦੇ ਦੀ, ਸਿਰ 'ਚ ਪਾਣੀ ਵਾਲਾ ਪੈਪ ਪਾਈ ਜਾਂਦੇ ਅਸੀਂ ਇਹਦੇ ਪਾਣੀ, ਤੇ ਆ ਨਹਾਉਂਦਿਆਂ ਦੀ ਕੱਪੜੇ ਬਦਲਾਉਂਦਿਆਂ ਦੀ ਤਸਵੀਰ ਆ ਇਹਦੀ। ਤੇ ਆ ਇਹਦੀ ਪ੍ਰਸ਼ਾਦਾ ਛਕਦੇ ਦੀ ਵੀਰ ਦੀ ਤਸਵੀਰ ਆ ਉੱਥੇ ਦੀ। ਤੇ ਪਤਾ ਨਹੀਂ ਉਹ ਵਾਹਿਗੁਰੂ ਆ ਇਹਦੇ ਭਰਾ ਦੀ ਤਸਵੀਰ ਆ ਜੀ। ਫਿਰ ਉਸ ਤੋਂ ਬਾਅਦ ਇਹਦਾ ਭਰਾ ਲੱਭ ਗਿਆ ਸੀਗਾ, ਕਿਉਂਕਿ ਜਦੋਂ ਅਸੀਂ ਉਹਨੂੰ ਫੋਨ ਕੀਤਾ ਫਿਰ ਉਹ ਦੂਏ ਦਿਨ ਆਇਆ ਵੀਰ ਮਿਲਣ। ਮਿਲ ਕੇ ਜਦੋਂ ਆ ਕੇ ਬੈਠਿਆ ਤੇ ਅਸੀਂ ਦੋਨਾਂ ਭਰਾਵਾਂ ਦੀ ਫੋਟੋ ਖਿੱਚ ਕੇ ਮੈਂ ਫੇਸਬੁੱਕ ਤੇ ਪਾਈ ਵੀ ਪਹਿਲੀ ਵਾਰੀ ਅਸੀਂ ਜ਼ਿੰਦਗੀ 'ਚ ਕੋਈ ਚੰਗਾ ਕੰਮ ਕੀਤਾ। ਅੱਜ ਇੱਕ ਭਰਾ ਨੂੰ ਭਰਾ ਮਿਲਾਇਆ, ਤੇ ਜਿਹੜਾ 1.5 ਸਾਲ ਬਾਅਦ ਮਿਲਿਆ ਗੁੰਮਿਆ ਹੋਇਆ ਭਰਾ। ਪਰ ਉਹ ਭਰਾ ਸੀ ਜਿਹੜਾ ਉਹ ਦੇਖ ਕੇ ਮੁੜ ਗਿਆ, ਕਹਿੰਦਾ ਮੈਨੂੰ ਸਾਂਭ ਨਹੀਂ ਸਕਦਾ, ਵੀ ਤੁਸੀਂ ਇੱਥੇ ਹੀ ਰੱਖ ਲਓ। ਅਸੀਂ ਕਿਹਾ ਵੀ ਅਸੀਂ ਢਾਬੇ ਤੇ ਕੀ ਕਰਾਂਗੇ ਇਹਨੂੰ ਰੱਖ ਕੇ, ਕਹਿੰਦਾ ਫਿਰ ਛੱਡ ਦਿਓ, ਪਰ ਮੈਂ ਨਹੀਂ ਰੱਖ ਸਕਦਾ। ਤੇ ਜੇ ਸ਼ਾਇਦ ਉਹ ਲੈ ਜਾਂਦਾ ਜੇ ਤਾਂ ਵੀ ਆਪਾਂ ਗੱਲਾਂ ਨਾ ਕਰਦੇ ਹੁੰਦੇ। ਤੇ ਉਹ ਵੀਰ ਛੱਡ ਗਿਆ। ਤੇ ਸ਼ੁਕਲੇ ਵੀਰ ਦੀ ਹਾਲਤ ਕਾਫੀ ਮਾੜੀ ਸੀਗੀ। ਅਸੀਂ ਇਹਨੂੰ ਦਵਾਈ ਦਵਾਈ ਦੂਏ ਦਿਨ ਟੀਕੇ ਟੂਕੇ ਲਵਾਤੇ ਥੋੜੇ ਜਿਹੇ, ਤੇ ਚੱਲਣ ਫਿਰਨ ਲੱਗ ਗਿਆ ਵੀਰ ਮਾੜਾ ਮਾੜਾ ਕੈਮ ਜਿਹਾ ਹੋ ਗਿਆ, ਫਿਰ ਇਹੋ ਜਿਹਾ ਹੋ ਗਿਆ ਸੀ ਇਹ ਵੀਰ। ਤੇ ਜਦੋਂ ਇਹ ਤੁਰਨ ਫਿਰਨ ਲੱਗ ਗਿਆ ਮਨ ਨੂੰ ਬੜਾ ਐਪਰੀਸ਼ੀਏਟ ਹੋਇਆ, ਚੰਗਾ ਲੱਗਿਆ ਵੀ ਯਾਰ ਇੱਕ ਬੰਦੇ ਦੀ ਆਪਾਂ ਛੋਟੀ ਜਿਹੀ ਹੈਲਪ ਕੀਤੀ ਤੇ ਬੰਦਾ ਤੁਰਨ ਫਿਰਨ ਲੱਗ ਗਿਆ। ਤਾਂ ਫਿਰ ਜਦ ਵੀ ਕੋਈ ਹੋਰ ਢਾਬੇ ਤੇ ਇਦਾਂ ਦਾ ਬੰਦਾ ਆਉਂਦਾ ਜਿਹੜਾ ਕੋਈ ਬਹੁਤ ਮਾੜੇ ਹਾਲਾਤਾਂ 'ਚ ਹੁੰਦਾ ਸੀਗਾ, ਤੇ ਉਹਨੂੰ ਵੀ ਅਸੀਂ ਫੜ ਕੇ ਨਮਾ ਦੇਣਾ, ਉਹਦੇ ਕੱਪੜੇ ਪਵਾ ਦੇਣੇ, ਰੋਟੀ ਪਾਣੀ ਛਕਾ ਦੇਣਾ, ਤੇ ਮੰਜਾ ਬਿਸਤਰਾ ਦੇ ਦੇਣਾ। ਕੋਈ ਇੱਕ ਦਿਨ ਰਹਿੰਦਾ ਸੀ, ਕੋਈ 2 ਦਿਨ ਰਹਿੰਦਾ ਸੀ, ਤੇ ਕੋਈ ਚਲਾ ਜਾਂਦਾ ਸੀਗਾ। ਤੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹੇ ਜੀ। 12-13 ਬੰਦਿਆਂ ਦਾ ਇਸ਼ਨਾਨ ਆ ਜਿਹੜਾ ਉਹ ਅਸੀਂ ਕਰਵਾਤਾ। ਤੇ ਉਹਦੇ ਵਿੱਚੋਂ ਇੱਕ ਵੀਰ ਦਾ ਹੋਰ ਘਰ ਲੱਭ ਗਿਆ ਜੀ। ਉਹਦਾ ਪਰਿਵਾਰ ਆਇਆ ਤੇ ਉਹਨੂੰ ਲੈ ਗਿਆ ਜੀ ਆ ਕੇ। ਉਹ ਕਹਿੰਦੇ ਜੀ ਇਹ ਸਾਡਾ ਵਾ, ਵੀ 3 ਸਾਲ ਹੋ ਗਏ ਸਾਨੂੰ ਲੱਭਦਿਆਂ ਨੂੰ। ਤੇ ਮਨ ਬੜਾ ਪ੍ਰਸੰਨ ਹੋਇਆ ਵੀ ਜ਼ਿੰਦਗੀ 'ਚ ਯਾਰ ਇੱਕ ਬੰਦਾ 3.5 ਸਾਲਾਂ ਬਾਅਦ ਬੱਚਿਆਂ ਨੂੰ ਉਹਦਾ ਪਿਓ ਮਿਲ ਗਿਆ, ਭੈਣਾਂ ਨੂੰ ਭਰਾ ਮਿਲ ਗਿਆ, ਵਾਈਫ ਨੂੰ ਹਸਬੈਂਡ ਮਿਲ ਗਿਆ। ਬਹੁਤ ਉਹਨਾਂ ਨੇ ਵੀ ਧੰਨਵਾਦ ਕੀਤਾ ਜੀ ਸਾਡਾ। ਤੇ ਯਾਨੀ ਕਿ ਸੇਵਾ ਸ਼ੁਕਲੇ ਬਾਈ ਤੋਂ ਸ਼ੁਰੂ ਹੋਈ ਸੀ ਅਸਲ 'ਚ। ਫਿਰ ਬਸ ਇਦਾਂ ਹੀ ਸੰਗਤ ਨੇ ਸਾਨੂੰ ਫੋਨ ਕਰਨੇ ਸ਼ੁਰੂ ਕਰਤੇ ਵੀ ਇੱਥੇ ਬੰਦਾ ਪਿਆ, ਉੱਥੇ ਪਿਆ। ਪਹਿਲਾਂ ਤਾਂ ਅਸੀਂ ਇਗਨੋਰ ਕਰੀ ਗਏ ਵੀ ਯਾਰ ਅਸੀਂ ਇਦਾਂ ਬੰਦੇ ਨਹੀਂ ਚੱਕਦੇ ਗਏ, ਹੈ ਨਾ। ਜਿਵੇਂ ਤੁਹਾਨੂੰ ਦੱਸਿਆ ਵੀ ਸ਼ੁਕਲੇ ਵੀਰ ਤੋਂ ਸ਼ੁਰੂ ਹੋਈ ਸੇਵਾ। ਸ਼ੁਕਲੇ ਬਾਈ ਤੋਂ ਬਾਅਦ ਫਿਰ ਸਾਨੂੰ ਆ ਸ਼ੁਕਲੇ ਬਾਈ ਦੀਆਂ, ਉਸ ਤੋਂ ਬਾਅਦ ਆ ਸ਼ੁਕਲੇ ਬਾਈ ਨੂੰ ਨਮਾਉਂਦਿਆਂ ਦੀਆਂ, ਉਸ ਤੋਂ ਬਾਅਦ ਫਿਰ ਸਾਨੂੰ ਆਹ ਬਾਪੂ ਮਿਲ ਗਿਆ। ਆਹ ਬਾਪੂ, ਇਹਨੂੰ ਵੀ ਨਮਾਤਾ ਸੀ, ਪੱਟੀਆਂ ਪੁੱਟੀਆਂ ਕਰਾਤੀਆਂ, ਇਹਦੇ ਵੀ ਹਾਲਾਤ ਬਹੁਤ ਮਾੜੇ ਸੀ। ਫਿਰ ਆ ਬੱਬੂ ਬਾਬਾ ਜੀ ਮਿਲ ਗਏ, ਇਹਨਾਂ ਦਾ ਵੀ ਇਸ਼ਨਾਨ ਕਰਾ ਕੇ ਅਸੀਂ ਇੱਦਾਂ ਕੱਪੜੇ ਪਵਾਤੇ। ਫਿਰ ਆ ਸ਼੍ਰੀ ਮਿਲ ਗਿਆ ਸੀ ਸਾਨੂੰ, ਇੱਕ ਬੜੀ ਹੋਰ ਮਾੜੀ ਹਾਲਤ 'ਚ ਵੀਰ ਮਿਲਿਆ ਸੀ ਆਹ ਵਾਲਾ, ਇਹਦੇ ਵੀ ਇਸ਼ਨਾਨ ਕਰਾ ਕੇ ਕੱਪੜੇ ਪਵਾਤੇ। ਇਹਦਾ ਘਰ ਲੱਭਿਆ ਸੀ ਤ੍ਰਿਵਿੰਦਰਮ ਦੇ ਵਿੱਚ, ਭੇਜਿਆ ਇਹਨੂੰ ਵੀਰ ਨੂੰ। ਫਿਰ ਸਾਨੂੰ ਆ ਧੀਰੂ ਵੀਰ ਮਿਲਿਆ, ਇਹ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਸੀ ਵੀਰ। ਤੇ ਇਹਨੂੰ ਵੀ ਰੋਟੀ ਪਾਣੀ ਖਵਾ ਕੇ ਤੇ ਨਮਾ ਕੇ, ਇਹਦੇ ਸਿਰ ਦੇ ਵਿੱਚ ਬਹੁਤ ਮੈਲ ਸੀ ਵੀਰ ਦੇ ਵਿਚਾਰੇ ਦੇ, ਇਸ਼ਨਾਨ ਕਰਾਇਆ। ਆ ਦੇਖੋ ਕਿੰਨੀ ਮੈਲ ਸੀ ਇਹਦੇ, ਦਸਤਾਰ ਬੰਨੀ। ਤੇ ਇਹ ਵੀਰ ਨੂੰ ਵੀ ਅਸੀਂ ਢਾਬੇ ਤੇ ਰੱਖ ਲਿਆ। ਉਹ ਧੀਰੂ ਵੀਰੇ, ਉਹ ਧੀਰੂ ਵੀਰੇ। ਤੇ ਫਿਰ ਇਦਾਂ ਹੀ ਜੀ ਬਸ ਇਹ ਇੱਕ ਜਿਵੇਂ ਕਹਿ ਦਈਏ ਚੱਲ ਪਈ, ਇੱਕ ਲਾਈਨ ਹੀ ਚੱਲ ਪਈ, ਹੈ ਨਾ। ਤੇ ਫਿਰ ਆ ਮੱਖਣ ਸਿੰਘ ਜੀ ਦਾ ਘਰ ਲੱਭਿਆ ਸੀ, ਤੁਹਾਨੂੰ ਦੱਸਿਆ ਸਭ ਤੋਂ ਪਹਿਲਾ ਬੰਦਾ ਘਰੇ ਗਿਆ ਸੀ ਉਹ ਆਹ ਬੰਦਾ ਸੀ, ਹੱਡੀਆਂ ਦਾ ਪਿੰਜਰ ਮੱਖਣ ਸਿੰਘ। ਆ ਇਹਦਾ 3.5 ਸਾਲਾਂ ਬਾਅਦ ਪਰਿਵਾਰ ਲੱਭਿਆ, ਸੜਕਾਂ ਤੇ ਘੁੰਮਦਾ ਸੀ। ਇਹਨੂੰ ਟੀਵੀ ਹੋਈ ਸੀ ਜੀ, ਤੇ ਡਾਕਟਰਾਂ ਨੇ ਇਹਨੂੰ ਕਿਹਾ ਸੀ ਵੀ ਤੂੰ ਆਪਣੇ ਬੱਚਿਆਂ ਕੋਲੇ ਨਹੀਂ ਪੈ ਸਕਦਾ, ਵੀ ਤੈਨੂੰ ਟੀਵੀ ਹੋਈ ਆ, ਵੀ ਅਲੱਗ ਪਈ ਕਮਰੇ ਤੋਂ। ਇਹਦੇ ਕੋਲ ਇੱਕੋ ਹੀ ਕਮਰਾ ਸੀ। ਇਹਨੇ ਸੋਚਿਆ ਵੀ ਮੈਂ ਬੱਚਿਆਂ ਤੋਂ ਦੂਰ ਕਿਵੇਂ ਪਊਂ, ਕਮਰਾ ਤਾਂ ਇੱਕੋ ਹੀ। ਇਹਨੇ ਘਰ ਹੀ ਛੱਡਤਾ ਬੰਦੇ ਨੇ। 3.5 ਸਾਲ ਸੜਕਾਂ ਦੇ ਉੱਤੇ ਹੀ ਘੁੰਮਦਾ ਰਿਹਾ। ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਸਾਡੀਆਂ ਸ਼ੇਅਰ ਕੀਤੀਆਂ ਉਹਦੀਆਂ 4 ਤਸਵੀਰਾਂ ਦੇ ਸਦਕਾ ਉਹ ਵੀਰ ਫਿਰ ਆਪਣੇ ਘਰ ਪਹੁੰਚ ਗਿਆ। ਤੇ ਉਹ ਘਰ ਪਹੁੰਚਿਆ ਉਸ ਦਿਨ ਜਿਸ ਦਿਨ ਮੇਰਾ ਜਨਮ ਦਿਨ ਸੀਗਾ ਜੀ। ਤੇ ਬਸ ਉਸ ਦਿਨ ਫਿਰ ਜ਼ਿੰਦਗੀ ਬਦਲ ਗਈ ਜੀ। ਇਦਾਂ ਲੱਗਿਆ ਵੀ ਜ਼ਿੰਦਗੀ 'ਚ ਪਹਿਲੀ ਵਾਰੀ ਕੋਈ ਚੰਗਾ ਕੀਤਾ। ਆਹ ਵੀਰ ਆ ਜੀ
ਧੀਰੂ ਵੀਰ ਉਸ ਟਾਈਮ ਦੀ ਤਸਵੀਰ ਆ ਤੇ ਆਹ ਸਾਡਾ ਧੀਰੂ ਵੀਰ ਅੱਜ ਦੀ ਤਸਵੀਰ ਆ। ਕਿਵੇਂ ਧੀਰੂ ਵੀਰੇ? ਸਤਿ ਸ੍ਰੀ ਅਕਾਲ। ਠੀਕ ਆ ਵੀਰੇ? ਕੀ ਕਰ ਜਾਂਦਾ ਸੀ? ਪ੍ਰਸ਼ਾਦਾ ਛਕਾਤਾ ਸਾਰਿਆਂ ਨੂੰ? ਚਲੋ ਠੀਕ ਆ ਵੀਰੇ, ਕਰ ਲਓ ਕੰਮ ਵੀਰੇ, ਸੈਰ ਵੀ ਕਰੋ ਬਾਈ ਜੀ, ਸੈਰ ਕਰੋ। ਤੇ ਬਸ ਇਹ ਇੱਦਾਂ ਸੇਵਾਵਾਂ ਜਿਹੜੀਆਂ ਸਾਡੀਆਂ ਸ਼ੁਰੂ ਹੁੰਦੀਆਂ ਗਈਆਂ ਤੇ ਇਹ ਫਿਰ ਬਾਪੂ ਜੀ ਸੀਗੇ ਗੁਜਰਾਜ ਸਿੰਘ, ਤੁਹਾਨੂੰ ਅੰਦਰ ਦਿਖਾਇਆ, ਜਿਹੜੇ ਪ੍ਰਸ਼ਾਦਾ ਛਕੀ ਜਾਂਦੇ, ਜਿਨ੍ਹਾਂ ਨੂੰ ਛਕਾ ਰਿਹਾ ਸੀ ਵੀਰ ਪ੍ਰਸ਼ਾਦਾ। ਇਸ ਹਾਲਤ ਦੇ ਵਿੱਚ ਸੜਕ ਦੇ ਉੱਪਰ ਪਏ ਸੀ। ਆ ਹਰੇ ਰੰਗ ਦੀਆਂ ਬੋਤਲਾਂ ਪਾਣੀ ਦੀਆਂ ਗੰਦਾ ਪਾਣੀ ਜਿਲਬ ਲੱਗੇ ਵਾਲਾ ਪੀਂਦਾ ਸੀ ਬਾਪੂ। ਇਹ ਡਿਸੇਬਲਡ ਸੀਗਾ ਤੇ ਅੱਜ ਬਾਪੂ ਜੀ ਸਾਡੇ ਕੋਲ ਰਹਿੰਦਿਆਂ ਨੂੰ 5 ਸਾਲ ਹੋਣ ਚੱਲੇ ਆ। ਬਾਪੂ ਜੀ ਨੂੰ ਵਧੀਆ ਜ਼ਿੰਦਗੀ ਜਿਉਂਦੇ ਨੇ ਬਾਪੂ ਗੁਜਰਾਜ ਸਿੰਘ ਜੀ। ਤੇ ਬਸ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਨੇ ਆ ਮੱਖਣ ਸਿੰਘ ਦਾ ਪਰਿਵਾਰ ਜਦੋਂ ਮੱਖਣ ਸਿੰਘ ਨੂੰ ਲੈਣ ਆਇਆ ਸੀਗਾ, ਆ ਦੇਖੋ ਸਾਰੇ ਪਰਿਵਾਰ ਦੇ ਮੈਂਬਰ ਖੜੇ ਨੇ, ਆ ਵਾਈਫ ਆ, ਭੈਣਾਂ ਵਾ, ਬੱਚੇ ਆ। ਤੇ ਉਸ ਦਿਨ ਮੇਰਾ ਜਨਮ ਦਿਨ ਸੀਗਾ ਜੀ ਤੇ ਐਦਾਂ ਲੱਗਿਆ ਵੀ ਅੱਜ ਜਨਮ ਦਿਨ ਦੇ ਉੱਤੇ ਵਾਹਿਗੁਰੂ ਨੇ ਬੜਾ ਵੱਡਾ ਤੋਹਫਾ ਦਿੱਤਾ ਅੱਜ। ਤੇ ਬਸ ਉਸ ਤੋਹਫੇ ਨੂੰ ਆ ਦੇਖੋ, ਆ ਡੇਟ ਵੀ ਉਸ ਫੋਟੋ ਦੇ ਉੱਤੇ ਹੈਗੀ ਆ 16/8/87, ਯਾਨੀ ਕਿ ਰਾਤ ਨੂੰ 10 ਕੁ ਵਜੇ ਵੀਰ ਲੈ ਕੇ ਮੁੜੇ। ਉਹ 7:30 ਵਜੇ ਦੀ ਸ਼ਾਮ ਦੀ ਤਸਵੀਰ ਤੇ ਅਸੀਂ ਰਾਤ ਨੂੰ 12 ਵਜੇ ਕੇਕ ਕੱਟਿਆ। ਤੇ ਯਾਨੀ ਕੇਕ ਕੱਟਣ ਮੌਕੇ ਐਂ ਲੱਗਿਆ ਵੀ ਅੱਜ ਜਨਮ ਦਿਨ ਦੀ ਵਾਕਿਆ ਹੀ ਕੋਈ ਸਾਡੇ ਦੀ ਵੈਲਿਊ ਆ, ਵੀ ਅੱਜ ਅਸੀਂ ਕੁਝ ਚੰਗਾ ਕੀਤਾ। ਤੇ ਪਰ ਉਹਦਾ ਸੂਤਰਧਾਰ ਸਾਡਾ ਇੱਕ ਸ਼ੁਕਲਾ ਵੀਰ ਆ ਤੇ ਸ਼ੁਕਲੇ ਵੀਰ ਦਾ ਭਰਾ ਵਾ ਜਿਹੜਾ, ਉਹ 2 ਵਾਰੀ ਮਿਲਣ ਆਇਆ ਹੁਣ ਤੱਕ ਪਿਛਲੇ 5 ਸਾਲਾਂ 'ਚ, ਉਦੋਂ ਮੁੜ ਕੇ ਆਇਆ ਨਹੀਂ ਮਿਲਣ। ਸ਼ੁਕਲਾ ਹੀ ਸਾਡਾ ਭਰਾ ਵੀ ਆ, ਸਾਡਾ ਪਿਓ ਵੀ ਆ, ਸਾਡਾ ਸਾਰਾ ਕੁਛ ਹੀ ਆ। ਤੇ ਫਿਰ ਸ਼ੁਕਲੇ ਵੀਰ ਨੇ ਇਸ ਘਰ ਦਾ ਨਹੀਂ ਪੱਥਰ ਰੱਖਿਆ ਹੋਇਆ, ਸ਼ੁਕਲੇ ਵੀਰ ਨੇ ਤੇ ਬਾਪੂ ਕੇਸਰ ਸਿੰਘ ਢਾਲੀਵਾਲ ਨੇ। ਜਿਵੇਂ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਸ਼ੁਕਲਾ ਬਾਈ ਸੀਗਾ ਤੇ ਸਭ ਤੋਂ ਪਹਿਲਾਂ ਉਹ ਮੈਂਬਰ ਆ ਜਿਹਨੂੰ ਅਸੀਂ ਘਰੋਂ ਜਾ ਕੇ ਲੈ ਕੇ ਆਏ ਸੀਗੇ, ਉਹ ਸੀਗਾ ਬਾਪੂ ਕੇਸਰ ਸਿੰਘ ਢਾਲੀਵਾਲ, ਜਿਨ੍ਹਾਂ ਨੂੰ ਅਸੀਂ ਜਾ ਕੇ ਉਹਨਾਂ ਦੇ ਪਿੰਡੋਂ ਲੈ ਕੇ ਆਏ। ਉਹਨਾਂ ਦੀ ਲੱਤ 'ਚ ਕੀੜੇ ਪਏ ਹੋਏ ਸੀ ਨਾ ਬਾਪੂ ਦੇ, ਤੁਹਾਨੂੰ ਸਾਰਿਆਂ ਨੇ ਸਟੋਰੀ ਸੁਣੀ ਵੀ ਆ, ਦੇਖਿਆ ਵੀ ਆ। ਤੇ ਬਸ ਫਿਰ ਉੱਥੋਂ ਇਹ ਸਾਰੀਆਂ ਜਿਹੜੀਆਂ ਲਹਿਰਾਂ ਵਹਿਰਾਂ ਸ਼ੁਰੂ ਹੋਈਆਂ, ਚਲਦੀਆਂ ਅੱਜ ਇੱਥੇ ਤੱਕ ਪਹੁੰਚ ਗਏ ਆ। ਇਹ ਬਾਪੂ ਸਰਦਾਰ ਕੇਸਰ ਸਿੰਘ ਢਾਲੀਵਾਲ ਨੇ, ਇਹ ਦੋਨੋਂ ਮੈਂਬਰਾਂ ਨੇ ਇਸ ਘਰ ਦਾ, ਸਾਡੇ ਇਸ ਸੁਪਨਿਆਂ ਦੇ ਘਰ ਦਾ ਨੀਂਹ ਪੱਥਰ ਰੱਖਿਆ। ਤੇ ਮਾਤਾ ਸੁਖਦਰਸ਼ਨ ਕੌਰ ਜੀ ਮੇਰੇ, ਉਹਨਾਂ ਵੱਲੋਂ ਇਸ ਸੁਪਨਿਆਂ ਦਾ ਘਰ ਸਿਰਜਿਆ ਗਿਆ, ਕਿਉਂਕਿ ਸਾਡੇ ਬਾਪੂ ਸਰਦਾਰ ਕੇਸਰ ਸਿੰਘ ਢਾਲੀਵਾਲ ਸਾਡੇ ਲਈ ਇੱਕ ਮਾਰਗਦਰਸ਼ਨ ਸੀ, ਕਿਉਂਕਿ ਇਹਨਾਂ ਨੇ ਇਸ ਸੇਵਾ ਦਾ ਮੁੱਢ ਬੰਨਿਆ। ਇਹਨਾਂ ਨੂੰ ਅਸੀਂ ਪਹਿਲੇ ਬੰਦੇ ਸੀ ਜਿਨ੍ਹਾਂ ਨੂੰ ਅਸੀਂ ਇਹਨਾਂ ਦੇ ਪਿੰਡੋਂ ਜਾ ਕੇ ਲੈ ਕੇ ਆਏ। ਚੌਂਕੀ ਮਾਨਾ ਤੋਂ ਬਾਪੂ ਦੀ ਲੱਤ ਦੇ ਵਿੱਚ ਕੀੜੇ ਪਏ ਹੋਏ ਸੀ ਤੇ ਉੱਥੋਂ ਸਾਨੂੰ ਸੱਚੇ ਪਾਤਸ਼ਾਹ ਨੇ ਜਜ਼ਬਾ ਬਖਸ਼ਿਆ ਸੇਵਾ ਕਰਨ ਦਾ। ਤੇ ਸ਼ੁਕਲਾ ਬਾਈ ਉਹ ਪਹਿਲਾ ਮੈਂਬਰ ਸੀ ਜਿਹੜਾ ਸਾਡੇ ਢਾਬੇ ਤੇ ਆਪਣੇ ਆਪ ਹੀ ਆ ਕੇ ਉੱਥੇ ਡਿੱਗ ਪਿਆ ਸੀ ਤੇ ਉੱਥੋਂ ਸਾਡੀ ਇਹ ਸੇਵਾ ਜਿਹੜੀ ਸ਼ੁਰੂ ਹੋਈ। ਅੱਜ ਬਾਪੂ ਸੈਰ ਕਰਦੇ ਆ। ਤੇ ਇਹ ਜਿਹੜੀਆਂ ਸੇਵਾਵਾਂ, ਕੋਮਲ ਸਾਡਾ ਖੜਾ, ਕੋਮਲ ਦੇਖੋ ਆ ਵਾਕਰ ਦੇ ਉੱਤੇ ਗੇੜੇ ਦੇਣ ਲੱਗ ਗਿਆ, ਹੁਣ ਚੱਲਣ ਲੱਗ ਗਿਆ। ਕੋਮਲ ਜਿਹੜਾ ਕਿਸੇ ਟਾਈਮ ਚੱਲ ਨਹੀਂ ਸਕਦਾ ਸੀਗਾ, ਅੱਜ ਉਹੀ ਕੋਮਲ ਆਪਣੇ ਪੈਰਾਂ ਤੇ ਹੋ ਗਿਆ ਜੀ। ਕੋਮਲਾ ਚੱਲ, ਖੜਕਾ ਤੋਂ ਗਿਆ। ਵਾਹਿਗੁਰੂ ਵਾਹਿਗੁਰੂ। ਕੋਮਲ ਸਾਡਾ ਇੱਕ ਹੋਰ ਸੱਚ ਬੇਨਤੀ ਕਰਨੀ ਸੀ ਸੰਗਤ ਨੂੰ, ਆ ਜਿਹੜੀ ਚੱਲ ਤੁਰਿਆ ਚੱਲ ਪੁੱਤ, ਆ ਜਿਹੜੀ ਕੋਮਲ ਦੇ ਜੈਕਟ ਪਾਈ ਹੋਈ ਥੱਲੇ ਦੀ ਪਾਈ ਹੋਈ ਆ, ਇਹ ਸਵੈਟ ਸ਼ਰਟ ਆ, ਪਿੱਛੇ ਮਨੁੱਖਤਾ ਦੀ ਸੇਵਾ ਲਿਖਿਆ ਹੋਇਆ ਹੈ ਨਾ, ਮੂਹਰੇ ਵੀ ਲਿਖਿਆ ਹੋਇਆ, ਸਾਰਿਆਂ ਦੇ ਪਾਈਆਂ ਹੋਈਆਂ ਇਹ। ਤੇ ਇਹ ਵਾਲੀਆਂ ਅਸੀਂ ਬਣਾਉਣੀਆਂ ਦਿੱਤੀਆਂ ਹੋਈਆਂ ਜੀ, ਹੈ ਨਾ। ਤੇ ਆਹ ਸਾਡੇ ਵਲੰਟੀਅਰਾਂ ਦੇ ਵੀ ਪਾਈਆਂ ਹੋਈਆਂ। ਇਹ ਜਿਪ ਵਾਲੀਆਂ ਜੈਕਟਾਂ ਵਾ, ਯਾਨੀ ਕਿ ਥੱਲੇ ਦੀ ਪਾਉਣ ਨੂੰ ਇਹ ਆ, ਉੱਪਰ ਦੀ ਪਾਉਣ ਨੂੰ ਇਹ ਜੈਕਟਾਂ ਵਾ। ਇਹ ਅਸੀਂ ਸਾਰੇ ਪਰਿਵਾਰ ਦੇ ਮੈਂਬਰਾਂ ਵਾਸਤੇ ਬਣਵਾ ਰਹੇ ਹਾਂ ਜੀ। 500 ਪੀਸ ਆ ਜੀ ਇਹ ਟਰੈਕ ਸੂਟਾਂ ਦਾ ਜਿਹੜਾ ਬਣਵਾਉਣਾ ਦਿੱਤਾ ਹੋਇਆ ਸੀ। ਤੇ ਕਰੀਬ 750 ਰੁਪਏ ਦਾ ਇੱਕ ਸੈੱਟ ਪੈ ਰਿਹਾ ਜੀ। ਤੇ ਫੈਕਟਰੀ ਦੇ ਵਿੱਚ ਅਸੀਂ ਬਣਵਾਉਣਾ ਦਿੱਤਾ ਹੋਇਆ। ਜੇ ਤੁਸੀਂ ਕੋਈ ਸਾਡੀ ਉਹਦੇ ਵਿੱਚ ਮਦਦ ਕਰਨਾ ਚਾਹੁੰਦਾ, ਤੁਹਾਨੂੰ ਪਤਾ ਸੰਗਤ ਨੂੰ ਪੈਸਾ ਕੋਈ ਨਹੀਂ ਲਿਆ ਜਾਂਦਾ, ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਸਿਰਫ ਚੀਜ਼ਾਂ ਲਈਆਂ ਜਾਂਦੀਆਂ ਹਨ, ਰਾਸ਼ਨ, ਕੱਪੜੇ, ਦਵਾਈਆਂ, ਬਿਲਡਿੰਗ ਦਾ ਮਟੀਰੀਅਲ। ਤੇ ਇਹ ਕੱਪੜਾ ਤੁਸੀਂ ਸਿੱਧਾ ਫੈਕਟਰੀ ਤੋਂ ਸਾਨੂੰ ਲੈ ਕੇ ਦੇ ਸਕਦੇ ਹੋ। ਕਿਸੇ ਨੇ 100 ਸੂਟ, ਕਿਸੇ ਨੇ 50, ਕਿਸੇ ਨੇ 10। ਤੇ
ਇਹ ਸਾਤੋਂ ਤੁਸੀਂ ਫੈਕਟਰੀ ਦਾ ਸਿੱਧਾ ਨੰਬਰ ਲੈ ਕੇ ਸੇਵਾ ਜਿਹੜੀ ਹੈਗੀ ਹੈ ਕਰ ਸਕਦੇ ਹੋ ਜੀ। ਇਹ ਸਾਰੇ ਸਾਡੇ ਉਹ ਬਜ਼ੁਰਗ ਵੀਰ ਆ ਜਿਹੜੇ ਸੈਰ ਕਰ ਰਹੇ ਨੇ ਇਸ ਟਾਈਮ। ਤੁਹਾਡੀਆਂ ਪ੍ਰੇਮ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸ਼ਰਮਾ ਜੀ, ਪ੍ਰੇਮ ਬਾਬੇ, ਪ੍ਰੇਮ ਭਾਈ ਗੱਲ ਸੁਣੀ, ਇੱਥੇ ਆ ਜਾ, ਇੱਧਰ ਸਾਈਡ ਤੇ ਨੂੰ ਆ ਜਾ ਬਾਈ, ਆ ਜਾ ਇੱਥੇ। ਇਹ ਪ੍ਰੇਮ ਸ਼ਰਮਾ ਜੀ ਨੇ ਜੀ। ਇਹਨੂੰ ਵੀਰ ਨੂੰ ਅਸੀਂ ਇਹਦੇ ਪਿੰਡ ਤੋਂ ਲੈ ਕੇ ਆਏ ਸੀ ਜੀ, ਬਲਿਆਲ ਪਿੰਡ ਆ ਜੀ, ਆਹ ਆਪਣੇ ਭਵਾਨੀਗੜ੍ਹ ਕੋਲੇ ਜੀ, ਸੰਗਰੂਰ ਡਿਸਟ੍ਰਿਕਟ ਦੇ ਵਿੱਚ। ਪ੍ਰੇਮ ਇੱਧਰ ਦੇਖੀ, ਕੀ ਹਾਲ ਨੇ? ਠੀਕ ਹੈ, ਸਤਿ ਸ਼੍ਰੀ ਅਕਾਲ ਬੁਲਾ ਦੇ, ਸਤਿ ਸ਼੍ਰੀ ਅਕਾਲ, ਹੱਥ ਜੋੜ ਕੇ, ਹੱਥ ਜੋੜ ਕੇ ਬਾਈ, ਸਤਿ ਸ਼੍ਰੀ ਅਕਾਲ। ਕਿਵੇਂ ਆ ਪ੍ਰੇਮ ਬਾਈ? ਠੀਕ ਆ, ਸਿਹਤ ਤਾਂ ਠੀਕ ਆ, ਜਮਾਂ ਠੀਕ ਆ। ਚੱਲ ਆ ਜਾ ਫਿਰ ਸੈਰ ਕਰਦੇ ਆ। ਤੇ ਇਹ ਬਾਈ ਦੀ ਨਾ ਜੀ ਦਾਸਤਾਨ ਅੱਗੇ ਵੀ ਸ਼ਾਇਦ ਕਈ ਵਾਰੀ ਸੁਣਾਈ ਹੈ, ਜਿਹੜੇ ਨਵੇਂ ਭੈਣ ਭਰਾ ਜੁੜੇ ਆ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ। 27 ਸਾਲਾਂ ਤੋਂ ਇਹ ਘਰੇ ਸੰਗਲ ਦੇ ਨਾਲ ਬੰਨਿਆ ਸੀ, ਲੱਤਾਂ ਵੀ ਇਹਦੀਆਂ ਜੁੜ ਗਈਆਂ ਸੀ। ਛੋਟੇ ਜਿਹੇ ਕਿੱਲੇ ਦੇ ਉੱਤੇ ਬੜੇ ਛੋਟੀ ਜਿਹੀ ਰੱਸੀ ਦੇ ਨਾਲ ਬੰਨਿਆ ਹੋਇਆ, ਸੰਗਲੀ ਦੇ ਨਾਲ, ਜਿੱਥੇ ਖੜਾ ਵੀ ਨਹੀਂ ਹੋ ਸਕਦਾ ਸੀ, ਬੈਠਾ ਹੀ ਰਹਿੰਦਾ ਸੀ ਪੈਰਾਂ ਭਾਰ। ਉਹਦੇ ਕਰਕੇ ਇਹਦੀਆਂ ਲੱਤਾਂ ਵੀ ਜੁੜ ਗਈਆਂ ਸੀਗੀਆਂ। ਤੇ ਲੱਤਾਂ ਸਾਡੇ ਕੋਲੇ ਆਉਣ ਤੋਂ ਬਾਅਦ ਲੱਤਾਂ ਖੋਲਣ ਨੂੰ 1 ਸਾਲ ਲੱਗ ਗਿਆ ਜੀ ਇਹਦਾ। 1 ਸਾਲ ਬਾਅਦ ਇਹ ਆਪਣੇ ਪੈਰਾਂ ਤੇ ਖੜਾ ਹੋ ਸਕਿਆ। ਜਦੋਂ ਅਸੀਂ ਇਹਦੇ ਘਰ ਗਏ ਜੀ, ਉਦੋਂ ਦੀਆਂ ਤਸਵੀਰਾਂ। ਆ ਇਹਦੇ ਭਰਾ ਵਾ, ਪੱਠੇ ਕੁਤਰੀ ਜਾਂਦੇ ਸੀ ਮਸ਼ੀਨ ਤੇ, ਭਰਾ ਤੇ ਭਤੀਜਾ। ਆ ਦੇਖੋ ਭਤੀਜਾ ਕਿੱਡਾ ਵੱਡਾ ਹੋ ਗਿਆ ਹਨਾ, ਜਵਾਨ ਆ ਪੂਰਾ। ਤੇ ਆ ਮੱਝਾਂ ਬੰਨੀਆਂ ਹੋਈਆਂ ਸੀਗੀਆਂ, ਤੇ ਆ ਮੱਝਾਂ ਦੇ ਵਿੱਚ ਦੀ ਸ਼ਾਇਦ ਤੁਹਾਨੂੰ ਦਿਖਦਾ ਵੀ ਹੋਵੇ, ਆ ਦੇਖੋ ਆ ਸੰਗਲ ਦੇ ਨਾਲ ਇੱਕ ਕੰਬਲ ਦਿਖਾਈ ਦੇ ਰਿਹਾ ਹਨਾ, ਗਾਵਾਂ ਦੇ ਵਿੱਚ ਦੀ। ਤੇ ਇੱਥੇ ਬੰਨਿਆ ਹੋਇਆ ਸੀ ਪ੍ਰੇਮ ਸ਼ਰਮਾ ਏਦਾਂ ਪਸ਼ੂਆਂ ਦੇ ਵਿੱਚ। ਇਹਦੇ ਵੀਰ ਦਾ ਏਦਾਂ ਸੰਗਲ ਸੀ, ਪੈਰ ਨੂੰ ਲੱਗਿਆ, ਬੈਠਾ ਹੀ ਰਹਿੰਦਾ ਸੀ ਏਦਾਂ ਹੀ, ਦੂਰ ਨਹੀਂ ਸੀ ਜਾ ਸਕਦਾ। ਬਸ 5 ਫੁੱਟ ਦਾ ਸੰਗਲ ਸੀਗਾ। ਜਦੋਂ ਮੱਝਾਂ ਦਾ ਗੋਹਾ ਚੱਕਦੇ ਸੀ ਜਿਵੇਂ, ਉਦੋਂ ਇਹਦੀ ਟਾਇਲਟ ਲੈਟਰਿਨ ਵੀ ਚੱਕ ਕੇ ਫੋੜੇ ਨਾਲ ਖਿੱਚ ਕੇ ਪਰੇ ਕਰ ਦਿੰਦੇ ਸੀ, ਰੂੜੀ ਦੇ ਸਿੱਟੇ ਆਉਂਦੇ ਸੀ। ਜਦੋਂ ਮੱਝਾਂ ਨੂੰ ਪੱਠੇ ਪਾਉਂਦੇ ਸੀ, ਉਦੋਂ ਪ੍ਰੇਮ ਨੂੰ ਵੀ 2 ਰੋਟੀਆਂ ਪਾ ਦਿੰਦੇ ਸੀ ਜਾਨਵਰਾਂ ਵਾਂਗ। 27 ਸਾਲ ਇਹ ਪ੍ਰੇਮ ਸ਼ਰਮਾ ਸੰਗਲ ਦੇ ਨਾਲ ਬੰਨੀ ਰੱਖਿਆ ਜੀ। 27 ਸਾਲ। ਪ੍ਰੇਮ ਬਾਬੇ ਰੁਕੀ ਮਾੜਾ ਇੱਥੇ 27 ਸਾਲ ਜੀ। 1 ਸਾਲ ਲੱਗਿਆ ਜੀ ਇਹਨੂੰ ਤੁਰਨ ਨੂੰ। ਇਹਦੀਆਂ ਲੱਤਾਂ ਹੀ ਜੁੜ ਗਈਆਂ ਸੀ ਬੈਠੇ ਦੀਆਂ ਵੀਰ ਦੀਆਂ। ਮਾਲਸ਼ਾਂ ਕਰ ਕਰਕੇ ਅੰਕਲ ਅਵਤਾਰ ਸਿੰਘ ਜੀ ਸਾਡੇ ਟੀਮ ਦੇ ਮੈਂਬਰ ਯੂਕੇ ਤੋਂ ਆਏ ਸੀ, ਉਹਨਾਂ ਨੇ ਬਹੁਤ ਇਹਨਾਂ ਦੀਆਂ ਮਾਲਸ਼ਾਂ ਕੀਤੀਆਂ, ਸੇਵਾ ਕੀਤੀ, ਤੇ ਇਹ ਵੀਰ ਤੁਰਨ ਲੱਗ ਗਿਆ। ਤੇ ਸਾਡੇ ਕੋਲ ਆਏ ਨੂੰ ਵੀਰ ਨੂੰ ਕਾਫੀ ਲੰਬਾ ਸਮਾਂ ਹੋ ਗਿਆ। ਇਹਨੂੰ ਕੋਈ ਮਿਲਣ ਵੀ ਨਹੀਂ ਆਉਂਦਾ ਜੀ। ਅਸੀਂ ਬਹੁਤ ਵਾਰੀ ਕਾਲਾਂ ਵੀ ਕੀਤੀਆਂ, ਇਹਦੇ ਪਰਿਵਾਰ ਨੂੰ ਵੀ ਮਿਲ ਜੋ। 12 ਦਸੰਬਰ 2017 ਦੇ ਵਿੱਚ ਲੈ ਕੇ ਆਏ ਸੀ ਵੀਰ ਨੂੰ। 18, 19, 20 3 ਸਾਲ ਹੋ ਜਾਣੇ ਜੀ ਆ ਦਸੰਬਰ ਦੇ ਵਿੱਚ, 12 ਤਰੀਕ ਨੂੰ। ਯਾਨੀ ਕਿ ਸ਼ਰਮ ਆਉਂਦੀ ਸੀ ਦੇਖ ਕੇ। ਉੱਥੇ ਪਿੰਡ ਦੇ ਨਗਰ ਦੇ ਲੋਕ ਵੀ ਇਕੱਠੇ ਹੋਏ, ਉਹਨਾਂ ਨੂੰ ਵੀ ਅਸੀਂ ਕਿਹਾ ਵੀ ਯਾਰ ਤੁਸੀਂ ਤਾਂ ਸ਼ਰਮ ਕਰੋ ਯਾਰ ਕੁਛ ਬਾਈ, ਤੁਹਾਡੇ ਪਿੰਡ 'ਚ ਬਾਈ ਬੰਦਾ ਬੰਨਿਆ ਹੋਇਆ 27 ਸਾਲਾਂ ਤੋਂ। ਕਿੰਨੀਆਂ ਵੋਟਾਂ ਹੋ ਗਈਆਂ, ਕਿੰਨੇ ਸਰਪੰਚ ਚੁਣੇ ਗਏ, ਕਿੰਨੇ MLA MP ਚੁਣੇ ਗਏ ਇਸ ਹਲਕੇ ਤੋਂ, ਸੰਗਰੂਰ ਡਿਸਟ੍ਰਿਕਟ ਤੋਂ, ਵੀ ਯਾਰ ਉਹਨਾਂ ਨੂੰ ਇਹ ਦਿਖਿਆ ਨਹੀਂ? ਨਹੀਂ ਕਹਿੰਦੇ ਜੀ, ਕਿਸੇ ਨੂੰ ਨਹੀਂ ਦਿਖਿਆ। ਇਹ ਆ ਦੇਖੋ, ਆਹ ਸੰਗਲ ਦੇ ਨਾਲ ਜਕੜਿਆ ਹੋਇਆ ਸੀ ਇਹ ਵੀਰ ਪ੍ਰੇਮ ਸ਼ਰਮਾ। ਐਡੀਆਂ ਲੰਬੀਆਂ ਜਟਾਵਾਂ ਹੋ ਗਈਆਂ ਸੀ ਵੀਰ ਦੀਆਂ। ਆ ਇਹਦਾ ਭਰਾ ਆ ਪ੍ਰੇਮ ਸ਼ਰਮਾ, ਬਿਨਾਂ ਕੱਪੜਿਆਂ ਤੋਂ ਜੀ ਨੰਗਾ, ਉੱਤੇ ਕੰਬਲ ਦੀ ਬੁੱਕਲ ਮਾਰੀ ਸੀ। ਆ ਕੱਪੜੇ ਵੀ ਅਸੀਂ ਪਵਾਏ ਜਾ ਕੇ ਇਹਦੇ, ਬਿਲਕੁਲ ਹੀ ਨੰਗਾ। ਚਾਹੇ ਉਹ ਠੰਡ ਦਸੰਬਰ ਦੇ ਵਿੱਚ, ਤੁਸੀਂ ਸੋਚ ਸਕਦੇ ਹੋ ਕਿੰਨੀ ਠੰਡ ਆ, ਹੁਣ ਕਿੰਨੀ ਠੰਡ ਆ ਇਸ ਟਾਈਮ, ਤੇ ਅੱਜ ਤੋਂ 20 ਦਿਨਾਂ ਨੂੰ ਹੋਰ ਕਿੰਨੀ ਠੰਡ ਹੋ ਜਾਣੀ ਆ। ਇੱਕ ਪਤਲਾ ਕੰਬਲ ਗਿੱਲਾ, ਉਹਦੇ ਵਿੱਚ ਵੀ ਸੁੰਡੀਆਂ ਚੱਲਦੀਆਂ ਸੀ। ਅਸੀਂ ਉਹ ਤੋਂ ਚੁੱਕਿਆ, ਪ੍ਰਸ਼ਾਦਾ ਪਾਣੀ ਛਕਾਇਆ, ਲਿਆ ਕੇ ਬਾਈ ਨੂੰ ਦੂਏ ਦਿਨ ਚਟਾਵਾਂ ਕੱਟ ਕੇ ਨਮਾਇਆ। ਆਹ ਉਹਦਾ ਭਰਾ ਬੈਠਾ, ਤੇ ਆਹ ਪ੍ਰੇਮ ਸ਼ਰਮਾ ਬੈਠਾ ਵਿਚਾਰਾ।
ਤੇ ਆ ਤਸਵੀਰ ਹੈ ਜੀ 12 ਦਸੰਬਰ 2017। ਆ ਨਵਾ ਕੇ ਅਸੀਂ ਇਹਦੀਆਂ ਮਾਲਸ਼ ਮੂਲਸ਼ ਕੀਤੀ, ਤੇਲ ਲਾਇਆ ਸਿਰ ਨੂੰ, ਏਦਾਂ ਦਾ ਬਣ ਗਿਆ ਸੀ ਉਦੋਂ ਹੀ ਪ੍ਰੇਮ ਸ਼ਰਮਾ। ਤੇ ਹੁਣ ਅੱਜ ਪ੍ਰੇਮ ਸ਼ਰਮਾ ਤੁਸੀਂ ਦੇਖ ਸਕਦੇ ਹੋ, ਤੁਹਾਡੇ ਸਾਹਮਣੇ ਹੈ ਜੀ। ਕਿੱਦਾਂ ਦੇ ਉਹ ਲੋਕ ਨੇ ਜਿਹੜੇ ਹਰ ਟਾਈਮ ਇਦਾਂ ਦੇ ਲੋਕਾਂ ਦੇ ਵਿੱਚ ਰਹਿੰਦੇ ਨੇ। ਪ੍ਰੇਮ ਸ਼ਰਮਾ ਜਦੋਂ ਮੈਂਟਲੀ ਅਪਸੈਟ ਹੋਇਆ ਸੀ ਨਾ, ਉਦੋਂ ਇਹਦੇ ਭਰਾ ਵੀ ਛੋਟੇ ਸੀ, ਇਹ ਤੋਂ ਇਹ ਵੱਡਾ ਸੀ ਸਾਰਿਆਂ ਤੋਂ। ਇਹਦੀਆਂ ਅੱਖਾਂ ਦੇ ਸਾਹਮਣੇ ਦੇ ਭਰਾ ਵਿਆਹੇ ਗਏ, ਉਹਨਾਂ ਦੇ ਵਿਆਹ ਹੋਏ, ਬੰਨਿਆ ਹੋਇਆ ਸੀ ਸੰਗਲ ਨਾਲ। ਘਰੇ ਘੋੜੀਆਂ ਗਾਈਆਂ, ਨੱਚੇ, ਪੂਰੇ ਭੰਗੜੇ ਪਾਏ, ਜਾਗੋ, ਪਰ ਇਹ ਬੰਨਿਆ ਹੋਇਆ ਸੀ। ਇਹਨੂੰ ਵਾਸ਼ਰੂਮ ਜਾਣਾ ਇਹਨੇ। ਤੇ ਉਹਨਾਂ ਦੇ ਮੁੰਡੇ ਹੋਏਗਾ, ਬੱਚੇ ਹੋਏ, ਉਹਨਾਂ ਦੇ ਲੋਹੜੀਆਂ ਹੋਈਆਂ, ਇਹ ਬੰਨਿਆ ਹੋਇਆ ਸੀ। ਘਰੇ ਖੁਸਰੇ ਨੱਚੇ, ਲੋਹੜੀ ਮਨਾਈ ਗਈ। ਸ਼ਰਮਾ ਜੀ ਬੰਨੇ ਹੋਏ ਸੀ ਵਿਚਾਰੇ। ਹੁਣ ਉਹਨਾਂ ਦੇ ਵੀ ਵਿਆਹ ਹੋ ਗਏ, ਇਹ ਬੰਨਿਆ ਹੋਇਆ ਸੀ। 27 ਸਾਲਾਂ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿੰਨੀਆਂ ਜ਼ਿੰਦਗੀਆਂ ਬਦਲ ਗਈਆਂ। 3 ਪੀੜ੍ਹੀਆਂ ਦੀਆਂ ਅੱਖਾਂ ਦੇ ਸਾਹਮਣੇ ਬਦਲ ਗਈਆਂ ਤੇ 2 ਪੀੜ੍ਹੀਆਂ ਘੋੜੀ ਚੜ੍ਹ ਗਈਆਂ, ਪਰ ਇਹ ਬੰਨਿਆ ਹੋਇਆ ਸੀ। ਭਰਾਵਾਂ ਨੂੰ, ਉਹਨਾਂ ਨੂੰ ਸ਼ਰਮ ਹੀ ਨਹੀਂ ਆਈ ਯਾਰ ਸਾਡੇ ਭਰਾ ਦੇ ਕੀ ਹਾਲਾਤ ਆ ਵੀ ਅਸੀਂ ਇਹਦੀ ਮਦਦ ਕਰ ਦਈਏ ਕੁਛ ਨਾ, ਨਹੀਂ ਆਈ। ਕਿੱਦਾਂ ਦੀ ਦੁਨੀਆ ਹੋ ਗਈ ਅੱਜ ਦੀ ਇਹ, ਕਿੱਦਾਂ ਦੇ ਦੁਨੀਆ ਦੇ ਦਸਤੂਰ ਹੋ ਗਿਆ। ਪੈਸੇ ਦਾ ਫਤੂਰ ਹੋ ਗਿਆ ਬਸ ਇੱਕ ਬੰਦੇ ਦੇ ਦਿਮਾਗ ਤੇ। ਪੈਸਾ 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 ਪੈਸਾ, ਬਸ ਪੈਸਾ। ਪੈਸੇ ਤੋਂ ਬਿਨਾ ਹੋਰ ਕੁਛ ਨਹੀਂ। ਜ਼ਮੀਨਾਂ ਜਾਇਦਾਦਾਂ ਪਿੱਛੇ ਸਭ ਕੁਛ ਲੜੀ ਮਰੀ ਜਾਂਦੇ ਆ, ਕੇਸ ਚੱਲਦੇ ਨੇ, ਕੋਰਟ ਕਚਹਿਰੀਆਂ 'ਚ ਤੁਰੇ ਫਿਰਦੇ ਆ, ਪਰ ਇਨਸਾਨ ਦੀ ਕੋਈ ਵੈਲਿਊ ਨਹੀਂ ਰਹੀ ਜੀ। ਤੇ ਇਹ ਭੁੱਖ ਆ ਜਿਹੜੀ, ਇਹ ਘਟ ਨਹੀਂ ਰਹੀ, ਹੋਰ ਵੱਧਦੀ ਜਾ ਰਹੀ ਹੈ, ਦਿਨੋਂ ਦਿਨ ਵੱਧਦੀ ਤੁਰੀ ਜਾਂਦੀ ਹੈ ਜੀ। ਅੱਜ ਤੁਹਾਡੇ ਨਾਲ ਕੁਛ ਵਿਚਾਰਾਂ ਸਾਂਝੀਆਂ ਕੀਤੀਆਂ। ਇੰਨੀ ਔਕਾਤ ਦੇ ਮਾਲਕ ਤਾਂ ਹੈ ਨਹੀਂ, ਇੰਨੇ ਸਿਆਣੇ ਤਾਂ ਹੈ ਨਹੀਂ ਵੀ ਅਸੀਂ ਤੁਹਾਨੂੰ ਕੋਈ ਰਾਇਆਂ ਦੇ ਸਕੀਏ, ਮਸ਼ਵਰੇ ਦੇ ਸਕੀਏ, ਪਰ ਕੋਸ਼ਿਸ਼ ਕਰੀਏ। ਦਵਾਈ ਖਵਾ ਦਿੱਤੀ ਆ, ਪਾਣੀ ਪਾ। ਕਿਹਦੀ ਦਵਾਈ ਹੈ? ਬਿੰਦਾ? ਹਾਂਜੀ, ਬਿੰਦਾ ਜਿਹੜਾ ਆਪਣਾ ਬਲਵਿੰਦਰ ਮਿਸਤਰੀ। ਬਲਵਿੰਦਰ, ਓ ਬਲਵਿੰਦਰਾ, ਦਵਾਈ ਲੈ ਲਾ। ਇਹ ਬਿੰਦਾ ਬਾਈ, ਇਹਦੇ ਵੀ ਪੈਰ 'ਚ ਕੀੜੇ ਪਏ ਹੋਏ ਸੀ। ਹਾਲਾਤ ਬਹੁਤ ਮਾੜੇ ਸੀ ਜਦੋਂ ਸਾਡੇ ਕੋਲੇ ਵੀਰ ਛੱਡ ਕੇ ਗਏ। ਰਾਜ ਮਿਸਤਰੀ ਦਾ ਕੰਮ ਕਰਦਾ ਸੀ ਕਿਸੇ ਟਾਈਮ, ਵਧੀਆ। ਮੈਂਟਲੀ ਅਪਸੈਟ ਹੋ ਗਿਆ, ਕੀੜੇ ਪੈ ਗਏ, ਬੁਰੇ ਹਾਲ ਹੋ ਗਏ। ਤੇ ਹੁਣ ਇਹ ਵੀਰ ਸਾਡੇ ਕੋਲ ਇੱਥੇ ਰਹਿੰਦਾ, ਠੀਕ ਆ, ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦੀ ਮਿਹਰ ਆ। ਜਦੋਂ ਇਦਾਂ ਦੀ ਘਰ ਦੇ ਵਿੱਚ ਕੋਈ ਤਕਲੀਫ ਜਾਂ ਕੋਈ ਪ੍ਰੋਬਲਮ ਆਉਂਦੀ ਆ ਨਾ, ਸਭ ਤੋਂ ਪਹਿਲਾਂ ਤਾਂ ਆਪਣੇ ਹੀ ਛੱਡ ਕੇ ਭੱਜ ਜਾਂਦੇ ਆ ਜੀ। ਫਿਰ ਸਮਾਜ ਦੇਖਦਾ ਤਮਾਸ਼ਾ। ਲੋਕਾਂ ਲਈ, ਕਿਸੇ ਲਈ ਦੁੱਖ ਹੁੰਦਾ, ਕਿਸੇ ਲਈ ਉਹ ਹਾਸਾ। ਇੱਧਰ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਰੈਸਟ ਕਰ ਰਹੇ ਨੇ ਜੀ, ਮੰਜੇ ਬਿਸਤਰੇ ਲੱਗ ਗਏ ਨੇ, ਕੁਝ ਸੈਰ ਕਰਦੇ ਨੇ। ਬਾਪੂ ਮਹਿੰਦਰਪਾਲ ਸਿੰਘ ਸਾਰਾ ਦਿਨ ਫੋਨ ਤੇ ਲੱਗਿਆ ਹੋਇਆ ਬਾਪੂ ਕਿਸੇ ਨਾਲ। ਮਹਿੰਦਰਪਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕਰੋ ਰੈਸਟ ਕਰੋ ਬਾਪੂ, ਕਰੋ ਗੱਲ ਕਰ ਲਓ, ਕੋਈ ਨਾ ਕਰ ਲਓ। ਹਾਂਜੀ, ਤੇ ਪੁੱਛਣ ਦੇ ਰੋਟੀ ਪਾਣੀ ਵੱਲੋਂ ਇੱਧਰ ਸੰਗਤ ਦੇਖ ਰਹੀ ਹੈ ਤੁਹਾਨੂੰ, 1400 ਬੰਦਾ ਦੇਖ ਰਿਹਾ ਇਸ ਟਾਈਮ ਤੁਹਾਨੂੰ। ਜੀ ਫਤਿਹ ਜੀ, ਚੜ੍ਹਦੀ ਕਲਾ ਜੀ। ਸਾਗ ਤੇ ਮੱਖਣ ਤੇ ਮੱਕੀ ਦੀ ਰੋਟੀ, ਵਾਹ ਵਾਹ। ਤੇ ਹੁਣ ਦੁੱਧ ਮਿਲਣਾ ਤੇ ਵਾਹਿਗੁਰੂ ਦੀ ਰੱਖ ਲਓ ਸਿਰ ਤੇ ਮਾੜਾ ਜਿਹਾ ਪੱਗ ਨੂੰ। ਤੇ ਗੁਰੂ ਅਰਜਨ ਦੇਵ ਨੇ ਜੋ ਤੰਗੀਆਂ ਲੋਹਾ ਨਿਭਾਇਆ ਨਾ ਜੀ, ਉਹਨਾਂ ਆਖਿਆ ਵੀ ਸਾਡਾ ਸਬਰ ਹੀ ਜ਼ਬਰ ਨੂੰ ਜਿੱਤਦਾ ਏ, ਇਸੇ ਲਈ ਖੁਦਾ ਨੂੰ ਯਾਦ ਕਰੀਏ। ਤੈਨੂੰ ਕਿਸਮ ਦੇ ਜ਼ਬਰ ਤੋਂ ਕਰੇ ਤੋਬਾ, ਸਾਨੂੰ ਕਿਸਮ ਦੇ ਅਸੀਂ ਫਰਿਆਦ ਕਰੀਏ। ਉਹਨੂੰ ਔਰੰਗਜ਼ੇਬ ਨੂੰ ਕਿਹਾ, ਉਹਨੂੰ ਜਹਾਂਗੀਰ ਨੂੰ ਕਿਹਾ ਸੀ, ਕਹਿੰਦਾ ਵੀ ਸਾਨੂੰ ਕਸਮ ਹੈ ਜੇ ਅਸੀਂ ਤੇਰੇ ਅਸੀਂ ਹਾਰ ਜਾਗੇ, ਸਾਤੋਂ ਜ਼ਮੀਨ ਸਹਾਰੇ ਦਿੰਦਾ। ਪਰ ਅੱਜ ਕੀ ਹੈ, ਅੱਜ ਮਾੜੀ ਜਿਹੀ ਗੱਲ ਪਿੱਛੇ ਲੋਕ ਕੇਸ ਘਟਾ ਲੈਂਦੇ ਆ ਸਾਰੇ ਸਰਦਾਰ ਨੇ ਮੁੰਡੇ। ਸਿੱਖੀ ਦੀ ਕਦਰ ਹੀ ਨਹੀਂ ਪਾਈ ਕਿਸੇ ਨੇ। ਜੇ ਵੇਖੀਏ ਤੇ ਜਿਹੜੇ ਤੱਤੀਆਂ ਲੋਹਾ ਦੇ ਬੈਠੇ,
ਜਿਹੜੇ ਆਰਿਆਂ ਦੇ ਚਿਰਾਏ ਗਏ ਖੋਪੜੀਆਂ ਲਵਾਈਆਂ ਕੀ ਉਹਨਾਂ ਨੂੰ ਦਰਦੀਆਂ ਦੀ ਹੁੰਦੀ, ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ। ਸੋ ਮੇਰਾ ਮਰੀ ਉਹ ਕਹਿੰਦੇ ਇਹਨੇ ਕਦੇ ਬਣਦਾ ਨਹੀਂ ਧਰਮ ਇਸ ਗੱਲੋਂ, ਅਸਾਂ ਰਾਜਿਆਂ ਨੇ ਕਿੰਨੇ ਕੂੜ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਫਤਿਹ ਮਨਸੂਰ ਜਾਵੇਂ। ਕੌਮਾਂ ਸਾਡੀ ਜਗਦੇ ਸਦਾ ਜਿੰਦੀਆਂ ਨੇ, ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਮੁੱਲ ਪੈਂਦਾ ਹੈ ਆਖਰ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ, ਕੁਰਬਾਨੀਆਂ ਦਾ ਮੁੱਲ ਪੈਂਦਾ। ਵਾਹਿਗੁਰੂ ਖਾਲਸਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਆਪਾਂ ਸਵਰਗ 'ਚ ਪਏ ਆ, ਸਵਰਗ ਪੂਰਾ ਸਵਰਗ ਇੱਥੇ, ਉਹ ਸਵਰਗ ਜਿਹੜਾ ਮੇਰਾ ਗੱਲ ਰੂਹੇ ਜ਼ਮੀਨ ਤੇ ਕਿਤੇ ਮਿਲ ਨਹੀਂ ਸਕਦਾ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਪੂ ਮਹਿੰਦਰਪਾਲ ਸਿੰਘ ਜੀ ਬਲਾਈਂਡ ਜਨਮ ਤੋਂ PhD ਕੀਤੀ ਹੋਈ ਆ ਮਿਊਜ਼ਿਕ ਦੇ ਉੱਪਰ। ਦੁੱਧ ਪੀਓ ਬਾਪੂ ਜੀ, ਪੀਓ ਛਕੋ। ਉਹ ਬਾਪੂ ਗਾਬੇ ਨਾਨਕ ਦੀ ਜੈ ਜੈਕਾਰ ਆ। ਮੈਂ ਤਾਂ ਆਪ ਤੁਹਾਡੀ ਰੋਟੀ ਖਾਣਾ। ਉਹ ਤੇਰਾ ਦਿੱਤਾ ਖਾਵਣਾ ਤੂੰ ਦਾਤਾ ਦਤਾਰ। ਬਾਪੂ ਦਰਸ਼ਨ ਸਿੰਘ ਜੀ ਕਿੱਦਾਂ, ਠੀਕ ਹੋ ਬਾਪੂ? ਹੁਣ ਦਰਦ ਤਾਂ ਨਹੀਂ ਹੁੰਦਾ? ਬਾਪੂ ਜੀ ਦਾ ਆਪਰੇਸ਼ਨ ਕਰਾਇਆ ਜੀ ਹਰਨੀਆਂ ਦਾ। ਬਾਪੂ ਦਰਸ਼ਨ ਸਿੰਘ ਸਾਨੂੰ ਲੁਧਿਆਣੇ ਤੋਂ ਇੱਥੋਂ ਮਿਲੇ ਸੀ, ਭਸਨਪੁਰ ਵਾਲੇ ਪਿੰਡ ਦੇ ਰਾਹ ਤੇ ਸੜਕ ਤੇ ਪਏ ਸੀ। ਸੌਰੀ ਜੀ, ਕਨੈਕਸ਼ਨ ਕੱਟਿਆ ਗਿਆ ਸੀਗਾ, ਰੇਂਜ ਕੱਟੀ ਗਈ ਸੀ ਉੱਥੇ ਬਿਲਕੁਲ ਹੀ। ਤੇ ਚਲੋ ਇੰਨੀਆਂ ਕੀ ਗੱਲਾਂ ਬਾਤਾਂ ਤੁਹਾਡੀਆਂ ਨਾਲ ਕਰਨੀਆਂ ਸੀਗੀਆਂ ਜੀ ਸਾਡੇ ਪਰਿਵਾਰ ਬਾਰੇ। ਦੀਪਕ ਕਿਵੇਂ ਆ, ਕੀ ਹਾਲ ਨੇ ਤੇਰਾ? ਕੀ ਨਾਂ ਤੇਰਾ? ਦੀਪਕ। ਤੇਰਾ ਪਿੰਡ ਕਿਹੜਾ ਦੀਪਕ? ਇੰਦੌਰ। ਅਰੇ ਘਰੇ ਜਾਣਾ ਚਾਹੁੰਦਾ ਤੂੰ? ਕਿੱਥੇ ਰੱਖਿਆ ਸੀ ਤੈਨੂੰ? ਨਹੀਂ ਤੈਨੂੰ ਗੁਜਰਾਂ ਨਹੀਂ ਲੈ ਗਏ ਚੱਕ ਕੇ? ਕੁੱਟਦੇ ਹੁੰਦੇ ਸੀ ਤੈਨੂੰ? ਕੰਮ ਕਰਾਉਂਦੇ? ਕੀ ਕੰਮ ਕਰਦਾ ਸੀ? ਗੋਹਾ ਚੱਕਦਾ ਸੀ? ਕਿੰਨੇ ਸਾਲ, ਕਿੰਨਾ ਟਾਈਮ ਹੋ ਗਿਆ? 5 ਸਾਲ। ਕਿੱਥੇ? ਇਹਨੂੰ ਇਹ ਵੀ ਨਹੀਂ ਪਤਾ ਜੀ ਕਿੱਥੇ ਰੱਖਿਆ ਸੀ ਵਿਚਾਰੇ ਨੂੰ। ਗੁਜਰਾਂ ਨੇ 5 ਸਾਲ ਇਹ ਤੋਂ ਗੋਹਾ ਚਕਾਇਆ, ਘਰੇ ਨਹੀਂ ਜਾਣ ਦਿੱਤਾ। ਐਡਰੈਸ ਇਹ ਦੱਸਦਾ ਵਾ ਇੰਦੌਰ ਦੇ ਕੋਲੇ। ਕਿਹੜਾ ਪਿੰਡ ਆ? ਗਾँव ਕੌਣ ਸਾ ਬੇਟਾ ਤੇਰਾ? ਕਨਕਪੁਰਾ। ਕੰਨਾਪੁਰਾ ਪਿੰਡ ਆ ਜੀ ਇਹਦਾ, ਇੰਦੌਰ ਦੇ ਕੋਲੇ। ਤੇ ਬੱਚਿਆਂ ਵਰਗਾ ਇਹਦਾ ਦਿਮਾਗ ਤੇ ਆਵਾਜ਼ ਵੀ ਇਹਦੀ ਬੱਚਿਆਂ ਵਰਗੀ ਆ, ਬਹੁਤ ਹੀ ਸ਼ਰੀਫ। ਪਰ ਦੇਖੋ ਉਹਨਾਂ ਨੂੰ ਤਰਸ ਨਹੀਂ ਆਇਆ ਜਿਹੜੇ ਤੋਂ 5 ਸਾਲ ਕੁੱਟ-ਕੁੱਟ ਕੰਮ ਕਰਾਈ ਗਏ। ਦੀਪਕ ਕਰ ਲਾ, ਜਾ ਰੈਸਟ ਕਰ ਲਾ ਦੀਪਕ। ਹਾਂ ਵੀ ਕਰ ਦਿੱਤਿਆ, ਓਏ ਗੁਰੂ ਦੇ ਦਿੱਤਿਆ। ਆ ਬੂਟ ਚੱਕ ਕੇ ਅੰਦਰ ਕਰ ਦੋ ਕਾਕਾ, ਗਿੱਲੇ ਹੋ ਜਾਣੇ ਬਾਹਰ ਪਏ। ਕਿਵੇਂ ਕਰ ਦਿੱਤਿਆ? ਕੀ ਹਾਲ ਨੇ? ਸਤਿ ਸ੍ਰੀ ਅਕਾਲ। ਹੋਰ ਕਰ ਦਿੱਤੇ? ਠੀਕ ਆ, ਚਲ ਠੀਕ ਹੀ ਚਾਹੀਦਾ ਮੇਰਾ ਕਰ ਦਿੱਤਾ ਪੁੱਤ। ਵਾਹਿਗੁਰੂ। ਸਾਡਾ ਇੱਕ ਸੁਪਨਿਆਂ ਦਾ ਹਸਪੀਟਲ ਬਣਾਉਣਾ ਚਾਹੁੰਦੇ ਹਾਂ ਜੀ। ਅੱਗੇ ਵੀ ਕਈ ਵਾਰੀ ਬੇਨਤੀ ਕੀਤੀਆਂ। ਇੱਕ ਅੱਧੇ ਦਿਨ 'ਚ ਅਸੀਂ ਤੁਹਾਨੂੰ ਲਾਈਵ ਹੋ ਕੇ ਪੂਰੀ ਜਾਣਕਾਰੀ ਦੇਵਾਂਗੇ ਵੀ ਅਸੀਂ ਕਿਉਂ ਬਣਾਉਣਾ ਚਾਹੁੰਦੇ ਹਾਂ ਸਾਡਾ ਸੁਪਨਿਆਂ ਦਾ ਹਸਪੀਟਲ। ਕਿੱਡੀ ਵੱਡੀ ਪ੍ਰੋਬਲਮ ਆ ਸਾਡੇ ਸਾਹਮਣੇ। ਅੱਜ ਦੀ ਡੇਟ 'ਚ ਵੀ ਸਾਡੇ 11 ਮਰੀਜ਼ ਦਾਖਲ ਆ ਜੀ ਹਸਪਤਾਲ 'ਚ। ਪਰ ਜੇ ਸਾਡਾ ਸੁਪਨਿਆਂ ਦਾ ਹਸਪੀਟਲ ਹੋਵੇ ਜਿਹਦੀ ਬਿਲਡਿੰਗ ਵੀ ਸਾਡੇ ਕੋਲੇ ਤਿਆਰ ਆ, ਕੰਪਲੀਟ ਆ, ਸਿਰਫ ਬਸ ਸਾਨੂੰ ਟੈਸਟਾਂ ਵਾਲੀਆਂ ਮਸ਼ੀਨਾਂ, ਐਕਸਰੇ ਵਾਲੀਆਂ ਮਸ਼ੀਨਾਂ ਹੋ ਗਈਆਂ, MRI ਵਾਲੀਆਂ ਮਸ਼ੀਨਾਂ ਹੋ ਗਈਆਂ, ਅੰਦਰਲਾ ਸਟਰਕਚਰ ਤੇ 2-3 ਡਾਕਟਰ ਚਾਹੀਦੇ ਆ। ਪਰ ਪਤਾ ਨਹੀਂ ਕਦੋਂ ਉਹ ਸਮਾਂ ਆਊਗਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ। ਪਤਾ ਨਹੀਂ ਉਹ ਕਦੋਂ ਸੇਵਾ ਕਮਾਉਣਗੇ ਸਾਡੇ ਰੱਬੀ ਰੂਪ ਵੀਰ, ਜਦੋਂ ਅਸੀਂ ਇਹ ਹਸਪੀਟਲ ਬਣਾ ਪਾਵਾਂਗੇ। ਕਿਉਂਕਿ ਸਾਨੂੰ ਬਹੁਤ ਜ਼ਿਆਦਾ ਅੱਜ ਮਹਿੰਗਾ ਪੈਂਦਾ ਇਲਾਜ। ਅਸੀਂ ਪਿਛਲੇ 5 ਸਾਲਾਂ 'ਚ ਹਿਸਾਬ ਲਾਇਆ ਵੀ ਕਰੀਬ ਸਾਲ ਦੇ ਵਿੱਚ ਅਸੀਂ 20 ਲੱਖ ਦੀਆਂ ਤਾਂ ਸਾਡੀਆਂ MRIਆਂ ਹੋ ਜਾਂਦੀਆਂ ਜੀ। MRI ਜਿਹੜਾ ਮਰੀਜ਼ ਭੇਜੀਦਾ ਹਸਪਤਾਲ 'ਚ, ਕੋਈ ਦਿਮਾਗ ਦੀ ਪ੍ਰੋਬਲਮ ਵਾਲਾ ਹੈ ਨਾ, ਕੋਈ ਲੱਤ ਬਾਂਹ ਟੁੱਟੀ ਕਿਸੇ ਦਾ, ਜਾਂ ਕੁਛ ਹਰਨੀਆਂ ਦੀ ਪ੍ਰੋਬਲਮ ਆ, ਕੋਈ ਪੇਟ ਦੀ, ਡਾਕਟਰ ਸਭ ਤੋਂ ਪਹਿਲਾਂ CT ਸਕੈਨ ਜਾਂ MRI ਕਹਿੰਦੇ ਨੇ ਵੀ ਕਰਾਓ। 4000 ਦੀ MRI ਹੁੰਦੀ ਆ ਉਹ, ਤੇ ਸਾਡੀਆਂ ਇੰਨੀਆਂ MRI ਹੁੰਦੀਆਂ। ਅਸੀਂ ਡਿਟੇਲ ਬਣਾਈ ਹੋਈ ਹੈ ਲਿਸਟ, ਜਿਹਦੀ ਵੀ MRI ਕਰਾਉਂਦੇ ਅਸੀਂ ਲਿਖਦੇ ਹਾਂ ਨਾ। ਤੇ ਅਸੀਂ ਇਸ ਵਾਰ ਹਿਸਾਬ ਲਾਇਆ ਵੀ ਇਹ ਸਾਲ ਦੇ ਸਾਡੀਆਂ ਹੁਣ ਤੱਕ 20 ਲੱਖ ਰੁਪਏ MRIਆਂ ਤੇ ਖਰਚਾ ਆ ਗਿਆ MRI ਕਰਾਉਣ ਤੇ। ਤੇ ਸਾਨੂੰ ਨਹੀਂ ਪਤਾ ਹੁਣ MRI ਵਾਲੀ ਮਸ਼ੀਨ ਕਿੰਨੇ ਕੁ ਦੀ ਆ। ਤੇ ਜਾਣੀ ਕਿ ਜੇ ਉਹ ਖਰਚਾ ਉਹੀ ਉੱਧਰ ਲਈਏ ਵੀ ਇੱਕ ਮਸ਼ੀਨ ਲੈ ਸਕਦੇ ਹਾਂ ਆਪਾਂ, ਹੈ ਨਾ, ਵੀ ਜਿਹੜੀ
ਇੱਥੇ ਹੀ ਟੈਸਟ ਹੋ ਜਾ ਕਰਨਾ, ਸਿਟੀ ਸਕੈਨ, MRI, ਇੱਕ ਲੈਬ ਜਿਹੜੀ ਆਮ ਲੋਕਾਂ ਦੇ ਵੀ ਕੰਮ ਆਵੇ, ਜਿਹੜੇ ਲੋਕ ਵਿਚਾਰੇ ਬਿਨਾਂ ਇਲਾਜ ਤੋਂ ਮਰੀ ਜਾਂਦੇ ਆ ਕਿਉਂਕਿ ਉਹਨਾਂ ਦੇ ਟੈਸਟ ਹੀ ਨਹੀਂ ਹੁੰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਬਿਮਾਰੀ ਕੀ ਆ। ਪਿੰਡਾਂ 'ਚ ਡਾਕਟਰਾਂ ਤੋਂ ਦਵਾਈਆਂ ਲੈ ਲੈ ਖਾਈ ਜਾਂਦੇ ਆ ਤੇ ਬਸ ਉਹ ਉਦੋਂ ਹੀ ਪਤਾ ਲੱਗਦਾ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ, ਕਿਸੇ ਦੇ ਰਸੌਲੀ ਨਿਕਲਦੀ, ਕਿਸੇ ਦੇ ਕੈਂਸਰ ਨਿਕਲਦਾ, ਤੇ ਜਦੋਂ ਲਾਸਟ ਸਟੇਜ ਤੇ ਹੁੰਦਾ ਫਿਰ ਕੋਈ ਹੱਲ ਨਹੀਂ ਹੁੰਦਾ। ਤੇ ਪਾਸ਼ਾ ਦੇਖਦੇ ਆ ਕਿੱਧਰ ਨੂੰ ਲੈ ਕੇ ਜਾਂਦੇ ਆ। ਚੁਗਲੇ ਬਾਈ ਨੇ ਸਾਨੂੰ ਇੱਥੇ ਤੱਕ ਲੈ ਜਾਂਦਾ ਤੇ ਅੱਗੇ ਵੀ ਲੈ ਕੇ ਜਾਊਗਾ ਹੀ ਬਾਬਾ ਨਾਨਕ ਕਿਸੇ ਏਦਾਂ ਦੇ ਰਸਤੇ ਤੇ। ਹਾਂ ਪੈ ਜਾ ਬਾਪੂ। ਕਿੰਨੇ ਗੇੜੇ ਕੱਢ ਲਏ? ਬਹੁਤ ਆ ਬਾਪੂ, ਗੇੜੇ 10 ਕੱਢ ਲਏ। ਕੁਲਵੀਰ ਸਿੰਘ ਕਾਕਾ ਬਾਪੂ ਸਾਡਾ ਜਿਉਂਦਾ ਵਸਦਾ ਰਹਿ ਬਾਪੂ, ਜੱਫੀ ਪਾ ਘੁੱਟ ਕੇ ਬਾਪੂ। ਠੀਕ ਆ ਬਾਪੂ, ਮੈਂ ਤੇਰਾ ਪੁੱਤ ਆ ਬਾਪੂ, ਘਬਰਾਇਆ ਨਾ ਕਰ। ਅੱਛਾ ਹਾਂ, ਘਬਰਾਇਆ ਨਾ ਕਰ, ਪੁੱਤ ਆ ਬਾਪੂ ਤੇਰਾ ਮੈਂ। ਗੇੜਾ ਕਢਾਊਂਗਾ ਪੱਕਾ। ਬਾਪੂ ਆਪਦੇ ਪਰਿਵਾਰ ਨੂੰ ਮਿਲਣਾ ਚਾਹੁੰਦਾ, ਮਾਂ ਨੂੰ। ਕਿਹਨੂੰ ਮਿਲਣਾ ਬਾਪੂ? ਮਾਂ ਨੂੰ ਮਿਲਣਾ ਚਾਹੁੰਦਾ ਬਾਪੂ। ਅੱਗੇ ਵੀ ਬੇਨਤੀ ਕੀਤੀ ਸੀ, ਬਾਪੂ ਦੇ ਭਤੀਜੇ ਨਾਲ ਵੀ ਗੱਲ ਹੋਈ ਸੀ ਵੀ ਬਾਈ ਮਿਲਾ ਕੇ ਲੈ ਜਾ ਯਾਰ ਇੱਥੇ ਆ ਕੇ ਇੱਕ ਦਿਨ ਬਾਪੂ ਨੂੰ। ਬਾਪੂ ਆਪਣੀ ਬੇਬੇ ਨੂੰ, ਆਪਣੀ ਮਾਂ ਨੂੰ, ਜੰਮਣ ਵਾਲੀ ਮਾਂ ਨੂੰ ਮਿਲਣਾ ਚਾਹੁੰਦਾ। ਹਾਂ ਬਾਬਾ, ਮਾੜੀ ਵਾਲਾ ਬਾਬਾ। ਹਾਂ ਹਾਂ ਭਰਾ ਨੂੰ ਮਿਲਣਾ, ਜਿਹੜਾ ਉਦੋਂ ਮੋਟਰਸਾਈਕਲ ਤੇ ਆਇਆ ਸੀਗਾ, ਜਿਹੜਾ ਕਹਿੰਦਾ ਸੀ ਮੈਂ ਜੁੱਤੀਆਂ ਮਾਰੂ ਜੇ ਇੱਥੇ ਦਿਖ ਗਿਆ ਮੈਨੂੰ। ਉਹੀ ਮੋਟਾ ਜਿਹਾ। ਉਦੋਂ ਤਾਂ ਆਪਾਂ ਨੂੰ ਕਿੰਨੀਆਂ ਕਮੈਂਟ, ਸਾਨੂੰ ਵੀ ਬੋਲਦਾ ਸੀ, ਮੰਮੀ ਨੂੰ ਵੀ ਬੋਲਦਾ ਸੀ ਕਿੰਨਾ ਜ਼ਿਆਦਾ। ਉਹੀ ਬਾਈ ਜਿਹੜਾ ਕਹਿੰਦਾ ਮੈਂ ਟਰੈਕਟਰ ਦੇਖਣੀ ਕਿੱਥੇ ਗਿਆ ਹੋਇਆ ਸੀਗਾ, ਮੈਂ ਉੱਥੋਂ ਆਇਆ। ਉਹੀ ਨਾ। ਕੋਈ ਨਾ ਬਾਪੂ ਮਿਲਾਂਗੇ। ਮਹਾਰਾਜ ਉਹਨੂੰ ਸਮੱਤ ਬਖਸ਼ਣ, ਬਲ ਬਖਸ਼ਣ। ਉਹਨੇ ਬਹੁਤ ਜ਼ਿਆਦਾ ਕਿ ਗਲਤ ਬੋਲਿਆ ਬਾਈ ਯਾਰ, ਉਹ ਜਿਹੜਾ ਬਾਈ ਬਾਪੂ ਦਾ ਭਰਾ ਦੇਖੋ ਅੱਜ ਬਾਪੂ ਹਜੇ ਵੀ ਉਹਨੂੰ ਮਿਲਣਾ ਚਾਹੁੰਦਾ। ਦੁੱਧ ਆ ਗਿਆ ਕਾਕੇ? ਕੀ ਪਾਇਆ ਇਹ 'ਚ? ਦਸੌਂਦਾ ਪਾਇਆ, ਉਹ ਜਿਹੜਾ ਉਹ ਬਣਾਉਂਦੇ ਆ ਮਸਾਲਾ ਜਿਹਾ ਆਪਾਂ, ਹਨਾ ਮਲੱਠੀ ਮਲੁੱਠੀ ਵਾਲਾ। ਬਸ 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 ਥੋੜਾ ਥੋੜਾ। ਇਹ ਸਾਡੇ ਕੋਮਲ ਹੋਣੀ ਆ ਜੀ, ਦੁੱਧ ਦੀ ਸੇਵਾ ਕਰ ਰਹੇ ਨੇ ਹੁਣ ਸਾਰਿਆਂ ਨੂੰ। ਇੱਧਰ ਦੇਖੋ ਟੋਨੀ ਹੋਣੀ, ਪਹਿਲਾਂ ਪ੍ਰਸ਼ਾਦੇ ਦੀ ਸੇਵਾ ਕਰਦੇ ਸੀ, ਹੁਣ ਦਵਾਈਆਂ ਦੀ ਸੇਵਾ ਕਰ ਰਹੇ ਨੇ ਟੋਨੀ ਹੋਣੀ। ਗਰਮ ਪਾਣੀ ਦੇ ਨਾਲ, ਕੋਸੇ ਪਾਣੀ ਦੇ ਨਾਲ ਸਾਰਿਆਂ ਨੂੰ ਇਹਨਾਂ ਨੇ ਦਵਾਈਆਂ ਦੇਣੀਆਂ। ਚਾਹੇ ਕੋਈ ਸੈਰ ਕਰਦਾ ਉੱਥੇ ਜਾ ਕੇ ਦੇਣੀ ਹੈ, ਚਾਹੇ ਕੋਈ ਬਿਸਤਰੇ 'ਚ ਬੈਠਾ ਉੱਥੇ ਜਾ ਕੇ ਦੇਣੀ ਆ। ਬਿਨਾਂ ਉਹਦੀ ਕਿਰਪਾ ਤੋਂ। ਹਾਂ ਵੀ ਪੰਡਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਾਰਾ ਕੁਝ ਨਹੀਂ ਹੋ ਸਕਦਾ ਜੀ, ਉਹੀ ਕਰਦਾ ਕਰਾਉਂਦਾ। ਦੇਖੋ ਕਿੱਦਾਂ ਦਾ ਸਿਸਟਮ ਬਣਿਆ। ਜਿਹੜੇ ਬੈਠੇ ਪਹਿਲਾਂ ਡਾਈਟ ਲਿਖਦੇ ਸੀ ਵੀ ਪ੍ਰਸ਼ਾਦਾ ਕਿਹਨੇ ਕਿੰਨਾ ਛਕ ਲਿਆ, ਕਿਹਨੇ ਕਿੰਨਾ ਛਕ ਲਿਆ, ਤੇ ਹੁਣ ਉਹੀ ਬੈਠੇ ਦਵਾਈਆਂ ਲਿਖ ਰਹੇ ਨੇ ਵੀ ਕਿਹਨੂੰ ਦਿੱਤੀ ਗਈ, ਕਿਹਨੂੰ ਨਹੀਂ ਦਿੱਤੀ ਗਈ। ਨਾਂ ਲਿਖੇ ਹੋਏ ਨੇ ਸਾਰਿਆਂ ਦੇ, ਸਾਰਿਆਂ ਦੀਆਂ ਹਾਜ਼ਰੀਆਂ ਲੱਗੀਆਂ ਹੋਈਆਂ। ਯਾਨੀ ਕਿ ਕਿੱਦਾਂ ਦਾ ਸਿਸਟਮ ਡਿਵੈਲਪ ਹੋ ਗਿਆ ਇੱਥੇ, ਕੁਦਰਤ ਦਾ ਬਣਾਇਆ ਹੋਇਆ ਸਿਸਟਮ। ਲੋੜ ਆ ਜਿਹੜੀ ਕਹਿੰਦੇ ਉਹ ਕਾਢਾਂ ਦੀ ਮਾਂ ਹੈ, ਤੇ ਲੋੜ ਨੇ ਸਾਨੂੰ ਕਾਢ ਕੱਢ ਕੇ ਦਿੱਤੀ, ਤੇ ਉਹਨਾਂ ਕਾਢਾਂ ਦੇ ਨਾਲ ਅਸੀਂ ਇਹ ਸਿਸਟਮ ਨੂੰ ਚਲਾ ਰਹੇ ਹਾਂ। ਇੱਥੇ ਹਰ ਇੱਕ ਬੰਦੇ ਦੇ ਜਿਵੇਂ ਨਾਮ ਲਿਖੇ ਹੋਏ ਨੇ, ਡਾਕਟਰ ਦਾ ਨਾਮ ਲਿਖਿਆ ਹੋਇਆ ਵਾ ਸਾਰਿਆਂ ਦਾ, ਪੇਸ਼ੈਂਟ ਕਿਹੜੇ ਡਾਕਟਰ ਤੋਂ ਕਿਹੜੀ ਦਵਾਈ ਚੱਲਦੀ ਹੈ, ਹਰ ਇੱਕ ਬੰਦੇ ਦੀ ਲਿਸਟ ਲੱਗੀ ਹੋਈ ਹੈ, ਨਾਮ ਲਿਖਿਆ ਹੋਇਆ ਹਰ ਇੱਕ ਡੱਬੇ ਦੇ ਉੱਤੇ, ਉਸ ਮਰੀਜ਼ ਦਾ ਨਾਮ ਲਿਖਿਆ ਹੋਇਆ। ਤੇ ਇਹ ਸਾਰਿਆਂ ਦੀਆਂ ਫਾਈਲਾਂ ਲੱਗੀਆਂ ਹੋਈਆਂ, ਹਰ ਇੱਕ ਬੰਦੇ ਦੀ ਫਾਈਲ ਆ, ਫਾਈਲ ਦਾ ਨੰਬਰ ਲੱਗਿਆ ਹੋਇਆ ਉੱਪਰ, ਤੇ ਫਾਈਲ ਦੇ ਵਿੱਚ ਸਾਰਿਆਂ ਦੀਆਂ ਰਿਪੋਰਟਾਂ ਹਰੇਕ ਦੇਖੋ ਤੁਸੀਂ ਦੇਖੋ ਕਿੰਨੀਆਂ MRIਆਂ, ਆ ਸਾਰੀਆਂ MRIਆਂ ਲਿਫਾਫੇ ਚਿੱਟੇ ਦਿੰਦੇ ਆ। ਕਰੀਬ ਕਰੀਬ ਹਰ ਮਰੀਜ਼ ਦੀ MRI ਹੁਣ ਕਰਾਉਂਦੇ ਨੇ ਸਾਤੋਂ ਡਾਕਟਰ, ਤੇ ਜੇ ਇੱਕ MRI ਵੀ ਕਰਵਾਉਂਦੇ ਆ, ਦੇਖੋ ਸਾਰੀਆਂ MRIਆਂ ਪਈਆਂ, ਤੇ 4000 ਦੀ ਕਰੀਬ MRI ਪੈਂਦੀ ਆ ਇੱਕ ਬੰਦੇ ਦੀ, ਤੇ ਲੱਖਾਂ ਰੁਪਈਆਂ ਦੀਆਂ MRIਆਂ, ਟੈਸਟ, ਐਕਸ-ਰੇ, ਸਕੈਨਿੰਗ, ਸਿਟੀ ਸਕੈਨ, ਅਲਟਰਾਸਾਊਂਡ, ਪਤਾ ਹੀ ਨਹੀਂ ਕਿੰਨੇ ਟੈਸਟ ਆ। ਤੇ ਜੇ ਉਹ ਵਾਹਿਗੁਰੂ ਜੀ ਕਿਰਪਾ ਕਰਨ, ਉਹ ਸਾਰਾ ਕੁਝ ਅਸੀਂ ਕਰ ਸਕੀਏ ਉਹਨਾਂ ਲੋਕਾਂ ਲਈ ਵੀ ਜਿਹੜੇ ਨਹੀਂ ਕਰਵਾ ਪਾਉਂਦੇ। ਸੱਚੇ ਪਾਤਸ਼ਾਹ ਸਭ ਤੋਂ ਕਰੀ ਲਾਈਟ ਪਰੇ ਨੂੰ ਕਾਕਾ, ਪਰੇ ਕਰਦੇ ਬੰਦ ਵੀਰੇ।
ਆ ਹਸਪੀਟਲ ਦੀ ਲਿਸਟ ਆ ਜੀ, ਜਿਹੜੇ ਪੇਸ਼ੈਂਟ ਹਸਪੀਟਲ 'ਚ ਦਾਖਲ ਨੇ। ਛੋਟੇ ਲਾਲ ਆ ਜਿਵੇਂ, ਤੇ ਅੱਗੇ ਕੀ ਲਿਖਿਆ, ਚਰਨਜੀ ਲਾਲ ਆ, ਸੋਨੂ ਆ, ਰਾਜਵੀਰ ਸਿੰਘ ਆ, ਮਹਿੰਦਰ ਕਪੂਰ ਆ ਬਾਪੂ, ਵਿਜੇਪਾਲ ਆ, ਦਾਰਾ ਸਿੰਘ ਆ ਬਾਪੂ, ਕਸ਼ਮੀਰ ਸਿੰਘ ਆ ਵੀਰ। ਆ ਕਿ ਹੁਣ ਥੱਲੇ ਸੁਰਿੰਦਰ ਕੀ ਲਿਖਿਆ, ਸਿੰਧੀ, ਸੁਖਵਿੰਦਰ ਸਿੰਘ ਨਹੀਂ, ਕੌਰ ਆ, ਸੰਦੀਪ ਕੌਰ ਭੈਣ, ਸੱਚ ਹਾਂ ਸੰਦੀਪ ਆ, ਤੇ ਸੁਖਵਿੰਦਰ ਸਿੰਘ ਆ। ਇਹ ਸਾਰੇ ਪੇਸ਼ੈਂਟ ਆ ਜਿਹੜੇ 10 ਮਰੀਜ਼, ਤੇ 11ਵੀਂ ਮਾਤਾ ਜਗੀਰ ਕੌਰ ਜੀ ਉਹ ਮੈਡੀਵੇ ਹਸਪੀਟਲ 'ਚ ਦਾਖਲ ਨੇ। ਹਾਂ ਵੀ ਸ਼ੀਸ਼ ਕਿਵੇਂ ਆ ਦੁੱਧ ਪੀ ਲਾ। ਤੈਨੂੰ ਨਹੀਂ ਦੇਣਾ, ਨਹੀਂ ਦੇਣਾ ਤੈਨੂੰ। ਕਿਵੇਂ ਆशीष, ठीक है पुत्र? ठीक है। ठीक। तेरे पिताजी का नाम क्या है आशीष? पिताजी, बाप जितेंद्र, माँ का नाम और भाई का नाम, बहन का नाम और गांव का नाम महतपुर। और कहाँ जाना है? कहाँ पे है गांव? पटियाला। पटियाला गांव कहाँ पे है? गांव ओस नहीं, कहाँ जाओगे? महतपुर नहीं, वहाँ कहाँ जाओगे? यूपी में भी जाओगे? यूपी कहाँ? अच्छा, ਇਹ ਬੱਚਾ ਜੀ ਆशीष ਸਾਨੂੰ ਬੜੀ ਮਾੜੀ ਹਾਲਤ 'ਚ ਮਿਲਿਆ ਸੀ 2016 'ਚ, ਤੇ ਇਹ ਆਪਣਾ ਨਾਮ ਆशीष ਦੱਸਦਾ। ਪਿਤਾ ਦਾ ਨਾਮ ਜਤਿੰਦਰ, ਮਾਂ ਦਾ ਨਾਮ ਸੁਧਾ, ਭਰਾ ਦਾ ਨਾਮ ਪ੍ਰਵੀਨ, ਭੈਣ ਦਾ ਨਾਮ ਪੂਜਾ। ਪਰ ਇਹਨੂੰ ਪਿੰਡ ਨਹੀਂ ਜੀ ਪਤਾ, ਕਿਤੇ ਮਹਿਤਪੁਰ ਦੱਸ ਦਿੰਦਾ, ਕਿਤੇ ਪਟਿਆਲਾ ਦੱਸ ਦਿੰਦਾ, ਤੇ ਬਸ ਯੂਪੀ ਕਹੀ ਜਾਂਦਾ, ਯੂਪੀ ਜਾਣਾ, ਪਰ ਹੋਰ ਨਹੀਂ ਇਹਨੂੰ ਕੁਝ ਵੀ ਪਤਾ ਜੀ। ਕਿ ਬੱਚੇ ਦਾ ਘਰ ਲੱਭਣਾ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ, ਤੇ ਕਿਸੇ ਦਿਨ ਇਹਦਾ ਵੀ ਘਰ ਲੱਭ ਜਾਵੇ ਪੰਡਤ ਵਾਂਗੂ, ਚਾਹੇ ਉਹ ਦੇਖ ਕੇ ਹੀ ਮੁੜ ਜਾਣ, ਪਰ ਸਾਨੂੰ ਤਸੱਲੀ ਹੋ ਜੂਗੀ ਵੀ ਆशीष ਦੇ ਘਰ ਦੇ ਵੀ ਹੈਗੇ ਆ, ਹਨਾ ਆशीष। ਦਾੜੀ ਹੁਣ ਆਈ ਹੈ ਜੀ ਇਹਦੇ, ਆਹ ਦੇਖੋ ਨਿੱਕੀ ਨਿੱਕੀ, ਤੇ ਜਦੋਂ ਆਇਆ ਸੀ ਉਦੋਂ ਤਾਂ ਕੋਈ ਦਾੜੀ ਨਹੀਂ ਸੀ ਇਹਦੇ ਵਿਚਾਰੇ ਦੇ, ਬਹੁਤ ਮਾੜੇ ਹਾਲਾਤ ਸੀ। ਚਲੋ ਬਸ ਇੰਨੀਆਂ ਕੀ ਬੇਨਤੀਆਂ ਜੀ, ਜਾਣਕਾਰੀਆਂ ਤਾਂ ਜਿੰਨੀਆਂ ਤੁਹਾਡੇ ਨਾਲ ਸਾਂਝੀਆਂ ਕਰੀ ਉਨੀਆਂ ਘੱਟ ਆ। ਤੇ ਆਹ ਮੈਂਬਰ ਬਣ ਸਕਦੇ ਹੋ ਤੁਸੀਂ ਸਾਡੇ ਨਾਲ ਜੁੜਨ ਦੇ ਲਈ ਜੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਪਰਿਵਾਰ ਦੇ ਮੈਂਬਰ, ਟੀਮ ਮੈਂਬਰ ਬਣਨਾ ਚਾਹੁੰਦੇ ਆ ਤਾਂ ਤੁਸੀਂ ਆਇਡੈਂਟੀ ਪ੍ਰੂਫ, ਆਪਣਾ ਆਇਡੈਂਟੀ ਕਾਰਡ ਸਾਨੂੰ WhatsApp ਕਰ ਦਿਓ, ਨਾਲ ਇੱਕ ਈਮੇਲ ID WhatsApp ਕਰ ਦਿਓ ਆਹ ਨੰਬਰ 'ਤੇ, ਤੁਸੀਂ ਸਾਡੇ ਨਾਲ ਮੈਂਬਰ ਜੁੜ ਸਕਦੇ ਹੋ ਤੇ ਆ ਬਾਪੂ ਦੀ ਦੱਸੀ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ। ਚਲੋ ਸੱਚੇ ਪਾਤਸ਼ਾਹ ਤੁਹਾਨੂੰ ਵੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਜੀ, ਸਰਬੱਤ ਦਾ ਭਲਾ ਹੋਵੇ। ਤੇ ਸੁਖਪਾਲ ਸਿੰਘ ਵਾਸਤੇ, ਸਾਡੇ ਵਾਸਤੇ ਜੀ ਜ਼ਰੂਰ ਅਰਦਾਸ ਕਰਿਓ ਜਿਹਦਾ ਅੱਜ ਜਨਮ ਦਿਨ ਆ। ਤੇ ਪਿਰਤਪਾਲ ਸਿੰਘ ਵਾਸਤੇ ਵੀ, ਸਾਡਾ ਭਰਾ ਛੋਟਾ ਜਿਹੜਾ ਸਾਡਾ ਮੁੱਖ ਸੇਵਾਦਾਰ ਆ ਇੱਥੋਂ ਦਾ, ਉਹ ਵੀਰ ਦਾ ਵੀ ਆਪਰੇਸ਼ਨ ਹੋਇਆ, ਪੱਥਰੀਆਂ ਸੀ ਉਹਦੇ, ਸਟੋਨ ਸੀ, ਬਹੁਤ ਜ਼ਿਆਦਾ ਪ੍ਰੋਬਲਮ ਸੀ ਉਹ ਵੀਰ, ਉਹਦੀ ਵੀ ਸਿਹਤਯਾਬੀ ਲਈ ਸਾਰੇ ਜਾਣੇ ਜ਼ਰੂਰ ਅਰਦਾਸ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।